ਸੋ ਅੱਜ ਆਪਾਂ ਸੈਕਸ਼ੂਅਲ ਰੀਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ ਵਾਲੇ ਚੈਪਟਰ ਨਾਲ ਸ਼ੁਰੂ ਤੋਂ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਪਿਛਲੇ ਵਾਰੀ ਆਪਾਂ ਜਦੋਂ 2 ਵਾਰੀ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਦੇ ਵਿੱਚ ਬਹੁਤ ਦਿੱਕਤਾਂ ਹੋ ਰਹੀਆਂ ਸੀਗੀਆਂ। ਸੋ ਇਸ ਕਰਕੇ ਆਪਾਂ ਸ਼ੁਰੂ ਤੋਂ ਸ਼ੁਰੂ ਕਰਾਂਗੇ। ਰੀਪਰੋਡਕਸ਼ਨ ਬਾਇਓਲੋਜੀ ਇਨ ਐਸੈਂਸ ਇਜ਼ ਦ ਸਟੋਰੀ ਆਫ ਲਾਈਫ ਔਨ ਅਰਥ। ਠੀਕ ਹੈ, ਬਾਇਓਲੋਜੀ ਕੀ ਹੈ? ਅਰਥ ਦੇ ਉੱਪਰ ਲਾਈਫ ਦੀ ਸਟੋਰੀ ਨੂੰ ਬਾਇਓਲੋਜੀ ਕਿਹਾ ਜਾਂਦਾ ਹੈ ਨਾ। While individual organisms die without fail, species continue to live through millions of years unless threatened by natural or anthropogenic extinction. ਹਾਲਾਂਕਿ ਆਪਾਂ ਜੇ ਇੰਡੀਵਿਜੂਅਲ ਆਰਗੈਨਿਜ਼ਮ ਦੀ ਗੱਲ ਕਰੀਏ ਤਾਂ ਉਹ ਸਾਰੇ ਮਰਦੇ ਨੇ ਵਿਦਾਊਟ ਫੇਲ, ਮਤਲਬ ਕਿ ਕੋਈ ਵੀ ਇਹੋ ਜਿਹਾ ਆਰਗੈਨਿਜ਼ਮ ਨਹੀਂ ਹੈਗਾ ਜਿਹੜਾ ਮਰੇ ਬਿਨਾਂ ਬਚ ਜੇ, ਹੈ ਨਾ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਜਿਹੜਾ ਨਾ ਮਰੇ। ਪਰ ਫਿਰ ਵੀ ਸਪੀਸ਼ੀਜ਼ ਜਿਹੜੀ ਸਪੀਸ਼ੀਜ਼ ਤੋਂ ਆਰਗੈਨਿਜ਼ਮ ਬਿਲੋਂਗ ਕਰਦੇ ਉਹ ਕੰਟੀਨਿਊ ਰਹਿੰਦੀ ਹੈ। ਠੀਕ ਹੈ, ਉਹ ਕਈ ਲੱਖਾਂ ਸਾਲਾਂ ਤੱਕ ਜਿਉਂਦੀ ਰਹਿੰਦੀ ਹੈ ਨਾ, ਅਨਲੈਸ ਜਦ ਤੱਕ ਉਹਨੂੰ ਕਿਸੇ ਨੈਚੁਰਲ ਜਾਂ ਫਿਰ ਐਂਥਰੋਪੋਜੈਨਿਕ ਕਾਰਨ ਕਰਕੇ ਉਹ ਐਕਸਟਿੰਕਟ ਨਾ ਹੋ ਜਾਏ। ਨੈਚੁਰਲ ਕਾਰਨ ਕਿੱਦਾਂ ਦੇ ਹੋ ਸਕਦੇ ਆ? ਜਿੱਦਾਂ ਕਿ ਕੋਈ ਵੀ ਡਿਜ਼ਾਸਟਰ ਹੋ ਗਿਆ, ਹੈ ਨਾ, ਡਿਜ਼ਾਸਟਰ ਕਰਕੇ ਹੋ ਸਕਦਾ ਹੈਗਾ। ਅਤੇ ਐਂਥਰੋਪੋਜੈਨਿਕ ਕਿੱਦਾਂ ਹੋ ਸਕਦਾ ਹੈ? ਮੈਸਿਵ ਹੰਟਿੰਗ ਹੋ ਗਈ, ਹੈ ਨਾ, ਇਹ ਸਭ ਆਪਣੇ ਹੋ ਸਕਦੇ ਨੇ ਐਂਥਰੋਪੋਜੈਨਿਕ। Reproduction becomes a vital process, without which species cannot survive for long. Reproduction ਇੱਕ ਰੀਪਰੋਡਕਸ਼ਨ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵਾਈਟਲ ਪ੍ਰੋਸੈਸ ਬਣ ਜਾਂਦਾ, ਜਿਹਦੇ ਬਿਨਾਂ ਜਿਹੜੀ ਕੋਈ ਵੀ ਸਪੀਸ਼ੀਜ਼ ਆ ਉਹ ਕਾਫੀ ਲੰਬੇ ਸਮੇਂ ਤੱਕ ਸਰਵਾਈਵ ਨਹੀਂ ਕਰ ਸਕਦੀ। ਉੱਪਰ ਆਪਾਂ ਨੇ ਪੜ੍ਹਿਆ ਕਿ ਇੰਡੀਵਿਜੂਅਲ ਮਰ ਜਾਂਦਾ ਪਰ ਉਹਦੀ ਜਿਹੜੀ ਸਪੀਸ਼ੀਜ਼ ਤੋਂ ਬਿਲੋਂਗ ਕਰਦੇ ਉਹ ਸਪੀਸ਼ੀਜ਼ ਜਿਉਂਦੀ ਰਹਿੰਦੀ ਆ। ਕਿਸ ਕਾਰਨ ਕਰਕੇ ਜਿਉਂਦੀ ਰਹਿੰਦੀ ਆ? ਰੀਪਰੋਡਕਸ਼ਨ ਦੇ ਕਰਕੇ। ਉਹ ਸਪੀਸ਼ੀਜ਼ ਨਾ ਰੀਪਰੋਡਿਊਸ ਕਰਕੇ ਆਪਣੀ ਵਰਗੀ ਹੋਰ ਪ੍ਰਜਾਨੀ ਛੱਡ ਜਾਂਦੀ ਆ, ਅਤੇ ਉਹ ਪ੍ਰਜਾਨੀ ਅੱਗੇ ਹੋਰ ਵੱਡੀ ਹੁੰਦੀ ਆ, ਉਹ ਹੋਰ ਪ੍ਰਜਾਨੀ ਛੱਡਦੀ ਹੈ, ਅਤੇ ਇਸੇ ਕਰਕੇ ਉਹ ਸਪੀਸ਼ੀਜ਼ ਜਿਉਂਦੀ ਰਹਿੰਦੀ ਆ। ਈਚ ਇੰਡੀਵਿਜੂਅਲ ਲੀਵਸ ਇਟਸ ਪ੍ਰੋਜੈਨੀ ਬਾਈ ਏਸੈਕਸ਼ੁਅਲ ਔਰ ਸੈਕਸ਼ੁਅਲ ਮੀਨਸ। ਹਰੇਕ ਇੰਡੀਵਿਜੂਅਲ ਆਪਣੀ ਪ੍ਰੋਜੈਨੀ ਛੱਡਦਾ ਬਾਈ ਏਸੈਕਸ਼ੁਅਲ ਜਾਂ ਫਿਰ ਸੈਕਸ਼ੁਅਲ ਮੀਨਸ ਦੇ ਨਾਲ। ਮਤਲਬ ਏਸੈਕਸ਼ੁਅਲ ਮੋਡ ਆਫ ਰੀਪਰੋਡਕਸ਼ਨ ਵੀ ਕੋਈ ਇੰਡੀਵਿਜੂਅਲ ਅਪਣਾ ਸਕਦਾ ਅਤੇ ਕੋਈ ਸੈਕਸ਼ੁਅਲ ਮੋਡ ਆਫ ਰੀਪਰੋਡਕਸ਼ਨ ਨਾਲ ਵੀ ਰੀਪਰੋਡਿਊਸ ਕਰ ਸਕਦਾ ਗਾ। ਸੈਕਸ਼ੁਅਲ ਮੋਡ ਆਫ ਰੀਪਰੋਡਕਸ਼ਨ enables creation of new variants so that survival advantage is enhanced. ਜਿਹੜਾ ਆਪਾਂ ਸੈਕਸ਼ੁਅਲ ਮੋਡ ਆਫ ਰੀਪਰੋਡਕਸ਼ਨ ਹੈ ਉਹਦੇ ਵਿੱਚ ਨਾ ਨਵੇਂ ਵੇਰੀਐਂਟਸ ਦੀ ਕ੍ਰੀਏਸ਼ਨ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਕ੍ਰੋਸਿੰਗ ਓਵਰ ਹੁੰਦੀ ਹੈ। 2 ਅਲੱਗ-ਅਲੱਗ ਸਟ੍ਰੀਮਸ ਜਾਂ ਜੀਨੋਟਾਈਪਸ ਤੋਂ ਪੇਰੈਂਟਸ ਜਿਹੜੇ ਬਿਲੋਂਗ ਕਰਦੇ ਉਹਨਾਂ ਦੇ ਜੈਨੇਟਿਕ ਮਟੀਰੀਅਲ ਦੀ ਕ੍ਰੋਸਿੰਗ ਓਵਰ ਹੁੰਦੀ। ਇਸ ਕਰਕੇ ਜਿਹੜਾ ਨਵਾਂ ਇੰਡੀਵਿਜੂਅਲ ਬਣਦਾ ਉਹ ਨਵਾਂ ਹੁੰਦਾ, ਹੈ ਨਾ। ਉਹਦੇ ਕੋਲ ਕਾਫੀ ਕੈਰੈਕਟਰਸ ਪੇਰੈਂਟਸ ਵਾਲੇ ਵੀ ਹੁੰਦੇ ਆ, ਪਰ ਬਹੁਤ ਸਾਰੇ ਕੈਰੈਕਟਰਸ ਉਹਦੇ ਕੋਲ ਖੁਦ ਆਪਣੇ ਨਵੇਂ ਵੀ ਹੁੰਦੇ ਆ। ਤਾਂ ਕਰਕੇ ਉਹਦਾ ਸਰਵਾਈਵਲ ਕੀ ਆ ਪੱਕਾ ਹੁੰਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਨਾਲ ਹੈ ਨਾ, ਜਿਵੇਂ ਜਿਵੇਂ ਸਮਝ ਆਉਂਦਾ ਉਵੇਂ ਇੰਪਰੂਵਮੈਂਟ ਹੁੰਦੀ ਆ, ਅਤੇ ਉਸ ਹੈਬੀਟੈਟ ਦੇ ਨਾਲ ਉਸ ਕੰਡੀਸ਼ਨਸ ਦੇ ਵਿੱਚ, ਹੈ ਨਾ, ਜਿਹੜੇ ਨਵੇਂ ਇੰਡੀਵਿਜੂਅਲਸ ਹੁੰਦੇ ਆ ਉਹ ਸਰਵਾਈਵ ਕਰ ਪਾਉਂਦੇ ਆ। This unit explains the detail of reproductive processes in flowering plants and humans as easy to relate representative examples. ਇਸ ਯੂਨਿਟ ਦੇ ਵਿੱਚ ਪਹਿਲਾਂ ਤਾਂ ਆਪਾਂ ਰਿਪਰੋਡਕਸ਼ਨ ਪੜ੍ਹਾਂਗੇ ਫਲਾਵਰਿੰਗ ਪਲਾਂਟਸ ਦੇ ਵਿੱਚ, ਅਤੇ ਫਿਰ ਪੜ੍ਹਾਂਗੇ ਆਪਾਂ ਹਿਊਮਨਸ ਦੇ ਵਿੱਚ। A related perspective on human reproductive health and how reproductive ill health can be avoided is also presented to complete out understanding of biology of reproduction. ਇਹਦੇ ਵਿੱਚ ਆਪਾਂ ਫਿਰ ਹਿਊਮਨ ਰਿਪਰੋਡਕਟਿਵ ਹੈਲਥ ਵੀ ਪੜ੍ਹਾਂਗੇ, ਹੈ ਨਾ, ਅਤੇ ਉਹਦੇ ਬਾਅਦ ਪੜ੍ਹਾਂਗੇ ਜੇ ਰਿਪਰੋਡਕਟਿਵ ਇਲ ਹੈਲਥ ਹੈ ਤਾਂ ਉਹਨੂੰ ਪ੍ਰੀਵੈਂਟ ਕਿੱਦਾਂ ਕਰ ਸਕਦੇ ਹਾਂ, ਉਹਨੂੰ ਕਿਉਰ ਕਿੱਦਾਂ ਕਰ ਸਕਦੇ ਹਾਂ, ਅਤੇ ਇਸ ਦੇ ਨਾਲ ਆਪਾਂ ਕੀ ਆ ਆਪਣੀ ਰਿਪਰੋਡਕਸ਼ਨ ਦੀ ਬਾਇਓਲੋਜੀ ਨੂੰ ਕੰਪਲੀਟਲੀ ਸੋਚਾਂਗੇ, ਸਮਝਾਂਗੇ, ਪੜ੍ਹਾਂਗੇ। ਸੋ ਇਹਦੇ ਵਿੱਚ ਇਸ ਯੂਨਿਟ ਦੇ ਵਿੱਚ ਸਾਇੰਟਿਸਟ ਆਪਾਂ ਨੂੰ ਦਿੱਤੇ ਹੋਏ ਆ ਪੰਚਨਰਨ ਮਹੇਸ਼ਵਰੀ, ਜਿਨ੍ਹਾਂ ਦਾ ਜਨਮ 1904 ਦੇ ਵਿੱਚ ਹੋਇਆ। ਅਤੇ 1904 ਦੇ ਵਿੱਚ ਹੋਰ ਕਿਹੜੇ ਸਾਇੰਟਿਸਟ ਦਾ ਜਨਮ ਹੋਇਆ ਸੀ? ਅਰਨਸਟ ਮੇਅਰ ਦਾ, ਹੈ ਨਾ। ਅਰਨਸਟ ਮੇਅਰ ਦਾ ਵੀ 1904 ਦੇ ਵਿੱਚ ਹੋਇਆ ਸੀ, ਆਪਾਂ ਪੜ੍ਹ ਚੁੱਕੇ ਹਾਂਗੇ। ਮਤਲਬ ਕਿ ਜਿਹੜੇ ਦੋਨੇ ਚੈਪਟਰ ਨੇ ਆਪਣੇ ਫਸਟ ਯੂਨਿਟਸ ਨੇ ਹੈ ਨਾ, +1 ਅਤੇ +2 ਦੀਆਂ, ਉਹਨਾਂ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਦਾ ਜਨਮ ਕਦੋਂ ਹੋਇਆ? 1904 ਦੇ ਵਿੱਚ ਹੀ ਹੋਇਆ ਗਾ। Born in November 1904 in Jaipur, Rajasthan, Panjananna Maheshwari rose to become one of the most distinguished botanists not only of India but of the entire world. ਇਹਨਾਂ ਦਾ ਜਨਮ 1904 ਦੇ ਵਿੱਚ ਹੋਇਆ ਜੈਪੁਰ ਰਾਜਸਥਾਨ ਦੇ ਵਿੱਚ, ਅਤੇ ਇਹ ਕੀ ਆ ਸਭ ਤੋਂ ਜ਼ਿਆਦਾ ਡਿਸਟਿੰਗੁਇਸ਼ਡ ਬੋਟਨਿਸਟ, ਮਤਲਬ ਬਾਕੀਆਂ ਨਾਲੋਂ ਅਲੱਗ ਬੋਟਨਿਸਟ ਜੇ ਜਾਣੇ ਗਏ ਨੇ, ਸਿਰਫ ਇੰਡੀਆ ਦੇ ਨਹੀਂ ਪੂਰੇ ਇੰਟਾਇਰ ਵਰਲਡ ਦੇ, ਪੂਰੇ ਵਰਲਡ ਦੇ ਵਿੱਚ ਇਹਨਾਂ ਨੂੰ ਇੱਕ ਅਲੱਗ ਹੀ ਬੋਟਨਿਸਟ ਦੀ ਪਹਿਚਾਣ ਮਿਲੀ ਹੋਈ ਆ। He moved to Allahabad for higher education where he obtained his DSc. During
ਇਹ ਇਲਾਹਾਬਾਦ ਗਏ, ਜੈਪੁਰ ਦੇ ਵਿੱਚ ਜੰਮੇ ਆ ਅਤੇ ਇਲਾਹਾਬਾਦ ਗਏ ਆਪਦੀ ਹਾਇਰ ਐਜੂਕੇਸ਼ਨ ਓਬਟੇਨ ਕਰਨ ਦੇ ਲਈ, ਠੀਕ ਆ। ਅਤੇ ਜਿੱਥੇ ਉਹਨਾਂ ਨੇ DSc ਕੀਤੀ। ਡਿਊਰਿੰਗ ਹਿਸ ਕਾਲਜ ਡੇਜ਼ ਹੀ ਵਾਜ਼ ਇੰਸਪਾਇਰਡ ਬਾਈ ਡਾਕਟਰ W. Dudgeon, an American missionary teacher, to develop interest in botany and especially morphology। ਅਤੇ ਆਪਦੇ ਕਾਲਜ ਡੇਜ਼ ਦੇ ਵਿੱਚ ਇਹ ਕਾਫੀ ਜ਼ਿਆਦਾ ਇੰਸਪਾਇਰਡ ਸੀਗੀ ਡਾਕਟਰ W. Dudgeon ਤੋਂ। ਡਾਕਟਰ W. Dudgeon ਕੌਣ ਸੀਗੇ? ਇਹ ਇੱਕ ਅਮਰੀਕਨ ਮਿਸ਼ਨਰੀ ਟੀਚਰ ਸੀਗੇ ਜਿਹੜੇ ਕਿ ਜੋਕਾਂ ਦਾ ਇੰਟਰਸਟ, ਜੋਕਾਂ ਦੀ ਰੁਚੀ ਵਧਾਉਂਦੇ ਹੁੰਦੇ ਸੀ ਬੋਟਨੀ ਦੇ ਵਿੱਚ, ਅਤੇ ਬੋਟਨੀ ਦੇ ਵਿੱਚ ਵੀ ਸਪੈਸ਼ਲੀ ਕਿਹਦੇ ਵਿੱਚ? ਮੋਰਫੋਲੋਜੀ ਦੇ ਵਿੱਚ। His teacher once expressed that if a student progress ahead of him, it will give him a great satisfaction। ਇੱਕ ਵਾਰੀ ਇਹਨਾਂ ਦੇ ਟੀਚਰ ਮਤਲਬ ਡਾਕਟਰ W. Dudgeon ਨੇ, ਠੀਕ ਹੈ, ਜੋ ਕਿ ਇੱਕ ਅਮਰੀਕਨ ਮਿਸ਼ਨਰੀ ਟੀਚਰ ਸੀਗੇ, ਹੈ ਨਾ, ਉਹਨਾਂ ਨੇ ਇਹਨਾਂ ਨੂੰ ਕਿਹਾ, ਮਤਲਬ ਸਾਰੇ ਬੱਚਿਆਂ ਨੂੰ ਕਿਹਾ ਕਿ ਜੇ ਕੋਈ ਵੀ ਬੱਚਾ ਉਹਨਾਂ ਦਾ, ਹੈ ਨਾ, ਜਿਹਨੂੰ ਉਹਨਾਂ ਨੇ ਪੜ੍ਹਾਇਆ, ਜੇ ਕੋਈ ਵੀ ਬੱਚਾ ਉਹਨਾਂ ਤੋਂ ਅੱਗੇ ਲੰਘ ਜਾਂਦਾ, ਮਤਲਬ ਉਹ ਪ੍ਰੋਫੈਸਰ ਕਹਿ ਰਹੇ ਆ ਕਿ ਕੋਈ ਵੀ ਜੋ ਉਹਨਾਂ ਦਾ ਸਟੂਡੈਂਟ ਪ੍ਰੋਫੈਸਰ ਤੋਂ ਅੱਗੇ ਲੰਘ ਜਾਂਦਾ ਤਾਂ ਉਹਨਾਂ ਲਈ ਉਹ ਬਹੁਤ ਵੱਡੀ ਉਪਾਧੀ ਹੋਊਗੀ ਇੱਕ ਤਰ੍ਹਾਂ ਦੀ, ਹੈ ਨਾ। ਉਹਦੇ ਲਈ ਉਹਨਾਂ ਨੂੰ ਬਹੁਤ ਵਧੀਆ, ਬਹੁਤ ਜ਼ਿਆਦਾ ਸੈਟਿਸਫੈਕਸ਼ਨ ਮਿਲੂਗੀ, ਬਹੁਤ ਖੁਸ਼ੀ ਮਿਲੂਗੀ। ਦਿਸ ਵਰਡਸ ਐਨਕਰੇਜ ਪੰਚਨੰਦਨ ਟੂ ਇਨਕੁਆਇਰ ਵਟ ਹੀ ਕੁਡ ਡੂ ਫॉर ਹਿਸ ਟੀਚਰ ਇਨ ਰਿਟਰਨ। ਅਤੇ ਇਹ ਸ਼ਬਦ ਜਿਹੜੇ ਸੀਗੇ ਡਾਕਟਰ W. Dudgeon ਦੇ, ਠੀਕ ਹੈ, ਉਹਨਾਂ ਨੇ ਪੰਚਨੰਦਨ ਨੂੰ ਐਨਕਰੇਜ ਕੀਤਾ, ਹੈ ਨਾ, ਹੱਲਾਸ਼ੇਰੀ ਦਿੱਤੀ ਅਤੇ ਉਹਨਾਂ ਨੂੰ ਇੱਕ ਮੋਟੀਵੇਸ਼ਨ ਦਿੱਤਾ ਕਿ ਜੋ ਉਹ ਕਰ ਸਕਦੇ ਆਪਣੇ ਟੀਚਰ ਲਈ ਉਹ ਕਰ ਪਾਉਣ, ਹੈ ਨਾ। ਜਿੱਡੀ ਵੱਡੀ ਚੀਜ਼ ਉਹ ਕਰ ਸਕਦੇ ਆ ਕਿ ਉਹ ਕਹਿੰਦੇ ਕਿ ਮੈਂ ਵੱਡੀ ਤੋਂ ਵੱਡੀ ਚੀਜ਼ ਜੋ ਮੈਂ ਕਰ ਸਕਦਾ ਉਹ ਆਪਣੇ ਟੀਚਰ ਲਈ ਕਰਕੇ ਦਿਖਾਵਾਂਗਾ। as you can say Guru Dakshina, है ना। He worked on embryological aspects and popularized the use of embryological characters in taxonomy। ਠੀਕ ਹੈ, ਪੰਚਨੰਦਨ ਮਹੇਸ਼ਵਰੀ ਨੇ ਐਂਬਰੀਓਲੋਜੀਕਲ ਐਸਪੈਕਟਸ ਦੇ ਉੱਪਰ ਕੰਮ ਕੀਤਾ ਅਤੇ ਐਂਬਰੀਓਲੋਜੀਕਲ ਕੈਰੈਕਟਰਸ ਦੇ ਯੂਜ਼ ਨੂੰ ਟੈਕਸੋਨੋਮੀ ਦੇ ਵਿੱਚ ਪੋਪੂਲਰਾਈਜ਼ ਕੀਤਾ। ਟੈਕਸੋਨੋਮੀ ਦੇ ਵਿੱਚ ਆਪਾਂ ਪਹਿਲਾਂ ਰੀਪਰੋਡਕਟਿਵ ਅਤੇ ਵੈਜੀਟੇਟਿਵ ਕੈਰੈਕਟਰਸ ਦੇਖਦੇ ਹੁੰਦੇ ਸੀਗੇ, ਫਿਰ ਆਪਾਂ ਨੇ ਸਿਸਟਮੈਟਿਕਸ ਦੇ ਵੇਲੇ, ਹੈ ਨਾ, ਹੌਲੀ ਹੌਲੀ ਆਪਾਂ ਨੇ ਉਹਦੇ ਵਿੱਚ ਫਾਈਲੋਜੈਨਿਕ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਐਵੋਲਿਊਸ਼ਨਰੀ ਰਿਲੇਸ਼ਨਸ਼ਿਪਸ ਵੀ ਦੇਖਣੇ ਸ਼ੁਰੂ ਕਰਤੇ। ਫਿਰ ਆਪਾਂ ਸਾਈਟੋਲੋਜੀਕਲ ਇਨਫੋਰਮੇਸ਼ਨ ਵਗੈਰਾ ਵੀ ਦੇਖ ਲਏ, ਹੈ ਨਾ, ਕਾਫੀ ਚੀਜ਼ਾਂ ਇੰਕਲੂਡ ਹੋਈਆਂ। ਅਤੇ ਐਂਬਰੀਓਲੋਜੀਕਲ ਕਰੈਕਟਰਸ ਵੀ ਥੋੜ੍ਹੇ ਮਤਲਬ ਫਿਰ ਟੈਕਸੋਨੋਮੀ ਦੇ ਵਿੱਚ ਦੇਖਣੇ ਸ਼ੁਰੂ ਕੀਤੇ ਗਏ, ਮਤਲਬ ਜਿਨ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਐਂਬਰੀਓਲੋਜੀਕਲ ਡਿਵੈਲਪਮੈਂਟ ਸੇਮ ਆ ਜਿਨ੍ਹਾਂ ਔਰਗੈਨਿਜ਼ਮਸ ਦੀ, ਉਹਨਾਂ ਔਰਗੈਨਿਜ਼ਮਸ ਨੂੰ ਇੱਕ ਗਰੁੱਪ ਦੇ ਵਿੱਚ ਪਾਉਣਾ, ਜਿਨ੍ਹਾਂ ਦੀ ਅਲੱਗ ਆ ਉਹਨਾਂ ਨੂੰ ਅਲੱਗ ਗਰੁੱਪ ਦੇ ਵਿੱਚ ਪਾਉਣਾ, ਹੈ ਨਾ। ਅਤੇ ਜਿੱਦਾਂ ਕਿ ਆਪਾਂ ਕੋਰਡੇਟਾ ਦੇ ਵਿੱਚ ਵੀ ਦੇਖਦੇ ਹਾਂ, ਹੈ ਨਾ, ਸਪੈਸ਼ਲੀ ਵਰਟੀਬ੍ਰੇਟਸ ਦੇ ਵਿੱਚ ਕੀ ਹੁੰਦਾ, ਜਿਹੜੀ ਨੋਟੋਕੋਡਾ ਉਹ ਕਿਦੋਂ ਹੁੰਦੀ ਹੈ? ਐਂਬਰੀਓ ਦੇ ਵਿੱਚ ਹੀ ਹੁੰਦੀ ਹੈ ਨਾ। ਇਹਦਾ ਮਤਲਬ ਆਪਾਂ ਐਂਬਰੀਓਲੋਜੀਕਲ ਕੈਰੈਕਟਰਸ ਦੇਖ ਰਹੇ ਹਾਂ। ਅਤੇ ਫਰੈਂਜੀਅਲ ਗ੍ਰਿਸਲੇਟਸ ਉਹ ਵੀ ਕਦੋਂ ਹੁੰਦੇ ਆ? ਕਈ ਵਰਟੀਬ੍ਰੇਟਸ ਦੇ ਵਿੱਚ ਉਹ ਵੀ ਐਂਬਰੀਓਲੋਜੀਕਲ ਡਿਵੈਲਪਮੈਂਟ ਵਿੱਚ ਹੁੰਦੇ ਆ, ਜਦੋਂ ਐਂਬਰੀਓ ਹੁੰਦੇ ਨੇ ਵਰਟੀਬ੍ਰੇਟਸ ਉਦੋਂ ਹੁੰਦੇ ਆ। ਅਤੇ ਇਹਦਾ ਮਤਲਬ ਆਪਾਂ ਐਂਬਰੀਓਲੋਜੀਕਲ ਕੈਰੈਕਟਰਸ ਦੇਖ ਰਹੇ ਹਾਂ। ਅਤੇ ਐਂਬਰੀਓਲੋਜੀਕਲ ਕੈਰੈਕਟਰਸ ਦਾ ਯੂਜ਼ ਟੈਕਸੋਨੋਮੀ ਦੇ ਵਿੱਚ ਕਿਹਨੇ ਪੋਪੂਲਰਾਈਜ਼ ਕੀਤਾ? ਪੰਚਨੰਦਨ ਮਹੇਸ਼ਵਰੀ ਨੇ ਕੀਤਾ। He established the Department of Botany, University of Delhi, as an important center of research in embryological and tissue culture। ਇਹਨਾਂ ਨੇ ਕੀ ਆ, ਡਿਪਾਰਟਮੈਂਟ ਆਫ ਬੋਟਨੀ ਨੂੰ ਐਸਟੈਬਲਿਸ਼ ਕੀਤਾ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ। ਮਤਲਬ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ ਇਹਨਾਂ ਨੇ ਇੱਕ ਡਿਪਾਰਟਮੈਂਟ ਆਫ ਬੋਟਨੀ ਬਣਾਈ ਅਤੇ ਡਿਪਾਰਟਮੈਂਟ ਆਫ ਬੋਟਨੀ ਦਾ ਕੰਮ ਕੀ ਹੋਊਗਾ, ਕੀ ਸੀਗਾ, ਹੈ ਨਾ, ਉਹ ਕੀ ਸੀ? ਇੱਕ ਇੰਪੋਰਟੈਂਟ ਸੈਂਟਰ ਸੀਗਾ ਕਾਹਦਾ? ਐਂਬਰੀਓਲੋਜੀ ਦੇ ਟਿਸ਼ੂ ਕਲਚਰ ਦੇ ਉੱਪਰ ਰਿਸਰਚ ਦਾ। ਮਤਲਬ ਜਿਹੜਾ ਡਿਪਾਰਟਮੈਂਟ ਆਫ ਬੋਟਨੀ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ ਪੰਚਨੰਦਨ ਮਹੇਸ਼ਵਰੀ ਦੇ ਦੁਆਰਾ ਬਣਾਇਆ ਗਿਆ ਸੀ, ਉਹ ਰਿਸਰਚ ਕਰਦਾ ਸੀਗਾ ਐਂਬਰੀਓਲੋਜੀ ਅਤੇ ਟਿਸ਼ੂ ਕਲਚਰ ਦੇ ਉੱਪਰ। ਐਂਬਰੀਓਲੋਜੀ ਦਾ ਹੋਇਆ ਕਿ ਕਿਹੜੇ ਕਰੈਕਟਰਸ ਐਂਬਰੀਓਲੋਜੀਕਲ ਡਿਵੈਲਪਮੈਂਟ ਵਿੱਚ ਦੇਖੇ ਜਾਂਦੇ ਆ, ਹੈ ਨਾ, ਕਿੱਦਾਂ ਡਿਵੈਲਪਮੈਂਟ ਹੁੰਦੀ ਹੈ ਐਂਬਰੀਓ ਦੀ, ਇਹ ਸਭ ਐਂਬਰੀਓਲੋਜੀ ਦੇ ਵਿੱਚ ਆ ਗਿਆ। ਸਟੱਡੀ ਆਫ ਐਂਬਰੀਓ ਤੁਸੀਂ ਕਹਿ ਸਕਦੇ ਹੋ ਇਨ ਸ਼ਾਰਟ। ਅਤੇ ਟਿਸ਼ੂ ਕਲਚਰ ਮਤਲਬ ਆਪਾਂ ਜਿਵੇਂ ਪਲਾਂਟਸ ਹੋ ਗਏ, ਹੈ ਨਾ, ਆਪਾਂ ਪਲਾਂਟ ਟਿਸ਼ੂ ਨੂੰ ਉਹਦੇ ਵਿੱਚ ਕਰਕੇ ਕੀ ਕਹਿ ਸਕਦੇ ਹਾਂ, ਆਰਟੀਫਿਸ਼ੀਅਲ ਕਲਚਰ ਦੇ ਵਿੱਚ ਰੱਖ ਕੇ ਕਿਵੇਂ ਪਲਾਂਟਲੈਟਸ ਬਣਾ ਸਕਦੇ ਹਾਂ ਅਤੇ ਅੱਗੇ ਉਹਨਾਂ ਤੋਂ ਵਧੀਆ, ਹੈ ਨਾ, ਇੰਪਰੂਵਮੈਂਟ ਕਰ ਸਕਦੇ, ਵਧੀਆ ਪਲਾਂਟਸ ਬਣਾ ਸਕਦੇ ਜਿਹੜੇ ਵਧੀਆ ਯੀਲਡ ਦਿੰਦੇ ਹੋਣ, ਵਧੀਆ ਉਹਨਾਂ ਦੀ ਹਾਈਟ ਹੋਵੇ, ਸਭ ਕੁਛ ਰਾਈਟ। ਟਿਸ਼ੂ ਕਲਚਰ ਅਤੇ ਅੱਜ ਕੱਲ੍ਹ ਦਾ ਟਿਸ਼ੂ ਕਲਚਰ ਬਹੁਤ ਜ਼ਿਆਦਾ ਪੋਪੂਲਰਾਈਜ਼ਡ ਆ, ਹੈ ਨਾ। IVF ਦੇ ਵਿੱਚ ਵੀ ਆ, ਹੈ ਨਾ, ਟਿਸ਼ੂ ਕਲਚਰ ਹੀ ਇੱਕ ਤਰ੍ਹਾਂ ਦਾ ਉਹ ਵੀ। ਹੀ ਆਲਸੋ ਐਮਫਸਾਈਜ਼ਡ, ਹਾਂ ਉਹ ਅਲੱਗ ਗੱਲ ਆ ਕਿ ਬਾਅਦ ਦੇ ਵਿੱਚ ਉਹਨੂੰ ਜੇ ਪਲਾਂਟਸ ਨੂੰ ਵੀ ਤਾਂ ਮਿੱਟੀ ਦੇ ਵਿੱਚ ਉਹ ਕਰਨਾ ਹੀ ਪੈਂਦਾ ਨਾ। ਅਤੇ ਇੱਕ ਤਰ੍ਹਾਂ ਜੇ ਆਪਾਂ ਆਰਟੀਫਿਸ਼ੀਅਲ ਨਹੀਂ ਕਹਿ ਸਕਦੇ, ਹੈ ਨਾ, ਜਿਵੇਂ ਪਲਾਂਟਸ ਦੇ ਵਿੱਚ ਆਪਾਂ ਆਰਟੀਫਿਸ਼ੀਅਲੀ ਪਲਾਂਟਸ ਬਣਾ ਰਹੇ ਹਾਂ ਤਾਂ ਉਹਦਾ ਟਿਸ਼ੂ ਕਿੱਥੋਂ ਲੈ ਰਹੇ ਹਾਂ? ਆਪਾਂ ਪਲਾਂਟਸ ਤੋਂ ਲੈ ਰਹੇ ਹਾਂ ਓਬਵੀਅਸਲੀ। ਅਤੇ ਜੇ IVF ਦੇ ਵਿੱਚ ਆਪਾਂ ਬੱਚਾ ਬਣਾ ਰਹੇ ਹਾਂ, ਹੈ ਨਾ, ਤਾਂ ਉਹਦਾ ਪਹਿਲਾਂ ਜ਼ਾਈਗੋਟ ਬਣਾ ਰਹੇ ਹਾਂ, ਜ਼ਾਈਗੋਟ ਜਾਂ ਫਿਰ ਐਂਬਰੀਓ ਨੂੰ ਉਹਦੇ ਵਿੱਚ ਆਰਟੀਫਿਸ਼ੀਅਲ ਕਲਚਰ ਦੇ ਵਿੱਚ ਹੀ ਰੱਖਿਆ ਜਾਂਦਾ ਹੈਗਾ ਕੈਮੀਟਸ ਨੂੰ ਫਿਊਜ਼ ਕਰਨ ਤੋਂ ਬਾਅਦ, ਹੈ ਨਾ। ਤਾਂ ਉਹਨੂੰ ਵੀ ਉਹਦੇ ਬਾਅਦ ਥੋੜ੍ਹੇ ਡਿਵੈਲਪਮੈਂਟ ਤੋਂ ਬਾਅਦ ਉਹਨੂੰ ਵੀ ਤਾਂ ਮਿੱਟੀ ਚਾਹੀਦੀ ਹੋਊਗੀ ਓਬਵੀਅਸਲੀ ਗਰੋ ਕਰਨ ਦੇ ਲਈ। ਹੀ ਆਲਸੋ ਐਮਫਸਾਈਜ਼ਡ ਦ ਨੀਡ ਫॉर ਇਨੀਸ਼ੀਏਸ਼ਨ ਆਫ ਵਰਕ ਔਨ ਆਰਟੀਫਿਸ਼ੀਅਲ ਕਲਚਰ ਆਫ ਇਮੈਚੁਰ ਐਂਬਰੀਓਜ਼।
ਅਤੇ ਉਹਨਾਂ ਨੇ ਹੋਰ ਕੀ ਕੀਤਾ, ਉਹਨਾਂ ਨੇ ਕਿਹਾ ਕਿ ਇਮੈਚੁਰ ਐਂਬਰੀਓਸ ਦੇ ਆਰਟੀਫਿਸ਼ੀਅਲ ਕਲਚਰ ਦੇ ਉੱਪਰ ਕੰਮ ਕਰਨ ਦੀ ਬਹੁਤ ਜ਼ਿਆਦਾ ਲੋੜ ਆ, ਹੈ ਨਾ। ਇਮੈਚੁਰ ਐਂਬਰੀਓਸ ਜਿਹੜੇ ਹਜੇ ਮਤਲਬ ਪੂਰੀ ਚੰਗੀ ਤਰ੍ਹਾਂ ਗਰੋ ਨਹੀਂ ਹੈਗੇ, ਹਜੇ ਉਹਨਾਂ ਦੇ ਵਿੱਚ ਬਹੁਤ ਸਾਰੇ ਕਰੈਕਟਰਸ ਉੱਭਰੇ ਨਹੀਂ ਹੈਗੇ, ਹੈ ਨਾ। ਹੁਣ ਇਹਨਾਂ ਦੇ ਉੱਪਰ ਆਰਟੀਫਿਸ਼ੀਅਲ ਕਲਚਰ ਮਤਲਬ ਇਮੈਚੁਰ ਐਂਬਰੀਓ ਆ ਜਿਹੜਾ, ਹੈ ਨਾ, ਉਹਦੇ ਵਿੱਚ ਕੋਈ ਨਾ ਕੋਈ ਨਵਾਂ ਕਰੈਕਟਰ ਐਡ ਕਰਤਾ ਜਿਹੜਾ ਪਲਾਂਟ ਦੇ ਲਈ ਬੈਨੀਫਿਸ਼ੀਅਲ ਹੋ ਸਕਦਾ, ਹੈ ਨਾ। ਰਾਈਟ, ਤੁਸੀਂ ਕਹਿ ਸਕਦੇ ਹੋ ਰੈਜ਼ਿਸਟੈਂਟ ਟੂ ਦ ਪੈਸਟੀਸਾਈਡਸ ਹੀ ਕਹਿ ਲਓ, ਵੈਸੇ ਰੈਜ਼ਿਸਟੈਂਟ ਟੂ ਪੈਸਟਸ ਕਹਿ ਲਓ, ਹੈ ਨਾ। ਮਤਲਬ ਜਿਹੜਾ ਪਲਾਂਟ ਆ ਉਹਦੇ ਉੱਪਰ ਕੋਈ ਪੈਸਟ ਕੁਝ ਵੀ ਹੋਏ ਤਾਂ ਉਹ ਪਲਾਂਟ ਨੂੰ ਕੋਈ ਫਰਕ ਨਹੀਂ ਪਊਗਾ, ਹੈ ਨਾ। ਉਹ ਇਮੇਚਰ ਐਂਬਰੀਓ ਦੇ ਵਿੱਚ ਵੀ ਉਹ ਕਰੈਕਟਰ ਇੰਜੈਕਟ ਕਰਤਾ, ਹੈ ਨਾ। ਅਤੇ ਫਿਰ ਉਹਦੇ ਬਾਅਦ ਉਹਨੂੰ ਪਲਾਂਟਲੈਟ ਨੂੰ ਮਿੱਟੀ ਦੇ ਵਿੱਚ ਬੋਇਆ, ਪਲਾਂਟ ਵੱਡਾ ਹੋਇਆ, ਹੈ ਨਾ। ਤਾਂ ਫਿਰ ਉਹ ਕੀ ਹੈ, ਪੈਸਟ ਉਹਨਾਂ ਦੇ ਉਹਦੇ ਉੱਪਰ ਕੁਛ ਨਹੀਂ ਕਰ ਸਕਣਗੇ। ਅਤੇ ਇੱਕ ਆਰਟੀਫਿਸ਼ਲੀ ਕਲਚਰ ਆ ਕਿਉਂਕਿ ਉਹਦੇ ਵਿੱਚ ਨੈਚੁਰਲੀ ਉਹ ਕਰੈਕਟਰ ਪ੍ਰੈਜ਼ੈਂਟ ਨਹੀਂ ਸੀਗਾ, ਹੈ ਨਾ। ਆਪਾਂ ਨੇ ਆਰਟੀਫਿਸ਼ਲੀ ਪਾਇਆ। ਦੀਜ਼ ਡੇਜ਼ ਟਿਸ਼ੂ ਕਲਚਰ ਹੈਜ਼ ਬਿਕਮ ਅ ਲੈਂਡਮਾਰਕ ਇਨ ਸਾਇੰਸ। ਅਤੇ ਅੱਜ ਕੱਲ੍ਹ ਟਿਸ਼ੂ ਕਲਚਰ ਤਾਂ ਬਹੁਤ ਜ਼ਿਆਦਾ ਪੋਪੂਲਰਾਈਜ਼ਡ ਹੋ ਰੱਖਿਆ ਹੈਗਾ ਸਾਇੰਸ ਦੇ ਵਿੱਚ, ਹੈ ਨਾ। ਬਹੁਤ ਕੰਮ ਕੀਤਾ ਜਾ ਰਿਹਾ ਟਿਸ਼ੂ ਕਲਚਰ ਦੇ ਉੱਪਰ। His work on test tube fertilization and intra-ovarian pollination won worldwide acclaim. ਉਹਨਾਂ ਨੇ ਟੈਸਟ ਟਿਊਬ ਫਰਟੀਲਾਈਜੇਸ਼ਨ ਦੇ ਉੱਪਰ ਵੀ ਕੰਮ ਕੀਤਾ, ਮਤਲਬ ਟੈਸਟ ਟਿਊਬ ਦੇ ਅੰਦਰ ਆਪਾਂ ਕਿੱਦਾਂ ਗੈਮੀਟਸ ਨੂੰ ਫਿਊਜ਼ ਕਰਾ ਸਕਦੇ ਹਾਂ, ਅਤੇ ਇੰਟਰਾ ਓਵੇਰੀਅਨ ਪੋਲੀਨੇਸ਼ਨ ਦੇ ਉੱਪਰ ਵੀ ਕੰਮ ਕੀਤਾ, ਮਤਲਬ ਸਿੱਧਾ ਹੀ ਪੋਲਨ ਗ੍ਰੇਨ ਨੂੰ ਓਵਰੀ ਦੇ ਵਿੱਚ ਇੰਜੈਕਟ ਕਰਨਾ, ਇੰਟਰਾ ਓਵੇਰੀਅਨ ਪੋਲੀਨੇਸ਼ਨ। ਇਹ ਕੰਮ ਜਿਹੜੇ ਸੀ ਉਹਨਾਂ ਦੇ ਦੁਆਰਾ ਕਿਹੜੇ ਟੈਸਟ ਟਿਊਬ ਫਰਟੀਲਾਈਜੇਸ਼ਨ ਅਤੇ ਇੰਟਰਾ ਓਵੇਰੀਅਨ ਪੋਲੀਨੇਸ਼ਨ, ਇਹਨਾਂ ਨੂੰ ਵਰਲਡ ਦੇ ਉੱਪਰ ਪੂਰੇ ਵਿਸ਼ਵ ਪੱਧਰ ਦੇ ਉੱਪਰ ਬਹੁਤ ਜ਼ਿਆਦਾ ਰੈਕਗਨੀਸ਼ਨ ਮਿਲੀ, ਹੈ ਨਾ। ਹੀ ਵਾਜ਼ ਓਨਰਡ ਵਿਦ ਫੈਲੋਸ਼ਿਪ ਆਫ ਰਾਇਲ ਸੁਸਾਇਟੀ ਆਫ ਲੰਡਨ। ਇਹਨਾਂ ਨੂੰ ਕੀ ਹੈ, ਰਾਇਲ ਸੁਸਾਇਟੀ ਆਫ ਲੰਡਨ ਦੀ ਫੈਲੋਸ਼ਿਪ ਮਿਲੀ, ਹੋਰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਫੈਲੋਸ਼ਿਪ ਮਿਲੀ, ਅਤੇ ਹੋਰ ਕਈ ਸਾਰੇ ਇੰਸਟੀਟਿਊਟਸ ਦੀ ਇਹਨਾਂ ਨੂੰ ਫੈਲੋਸ਼ਿਪ ਮਿਲੀ। ਫੈਲੋਸ਼ਿਪ ਮਤਲਬ ਕਿ ਉਹ ਇਹਨਾਂ ਇੰਸਟੀਟਿਊਟ ਦੇ ਵਿੱਚ ਕੰਮ ਕਰ ਸਕਦੇ, ਰਿਸਰਚ ਕਰ ਸਕਦੇ, ਹੈ ਨਾ। ਆਪਣੇ ਮਤਲਬ ਹੋਰ ਤੁਸੀਂ ਕਹਿ ਸਕਦੇ ਹੋ ਡਿਪਾਰਟਮੈਂਟਸ ਬਣਾ ਸਕਦੇ, ਜੋ ਵੀ ਹੈ। ਹੀ ਐਨਕਰੇਜਡ ਜਨਰਲ ਐਜੂਕੇਸ਼ਨ ਐਂਡ ਮੇਡ ਅ ਸਿਗਨੀਫਿਕੈਂਟ ਕੰਟਰੀਬਿਊਸ਼ਨ ਟੂ ਸਕੂਲ ਐਜੂਕੇਸ਼ਨ। ਇਹਨਾਂ ਨੇ ਕੀ ਆ, ਜਨਰਲ ਐਜੂਕੇਸ਼ਨ ਨੂੰ ਕੀ ਕੀਤਾ, ਐਨਕਰੇਜ ਕੀਤਾ, ਹੈ ਨਾ। ਉਦੋਂ ਤਾਂ ਜਦੋਂ ਇਹ ਜੰਮੇ, ਦੇਖੋ ਉਦੋਂ ਤਾਂ ਭਾਰਤ ਦੇ ਵਿੱਚ ਬਹੁਤ ਲੋਕ ਨਹੀਂ ਪੜ੍ਹਦੇ ਹੁੰਦੇ ਸੀਗੇ, ਹੈ ਨਾ। ਅਤੇ ਇਹਨਾਂ ਨੇ ਲੋਕਾਂ ਦੇ ਵਿੱਚ ਐਨਕਰੇਜ ਕੀਤਾ ਪੜ੍ਹਨ ਦੇ ਲਈ, ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਹਾਂ ਪੜ੍ਹਨਾ ਚਾਹੀਦਾ ਹੈਗਾ, ਰਾਈਟ। ਐਂਡ ਇਹਨਾਂ ਨੇ ਸਕੂਲ ਐਜੂਕੇਸ਼ਨ ਦੇ ਵਿੱਚ ਵੀ ਕਾਫੀ ਵੱਡਾ ਕੰਟਰੀਬਿਊਸ਼ਨ ਦਿੱਤਾ। ਕਿੱਦਾਂ ਦਿੱਤਾ, ਕਿਉਂਕਿ ਜਦੋਂ ਫਸਟ ਟੈਕਸਟ ਬੁੱਕ ਆਈ ਸੀ ਨਾ NCERT ਦੀ, ਸੈਕੰਡਰੀ ਐਜੂਕੇਸ਼ਨ ਦੇ ਮਤਲਬ ਬਾਇਓਲੋਜੀ ਦੀ ਫਸਟ ਟੈਕਸਟ ਬੁੱਕ ਸੀ ਜਿਹੜੀ +1 +2 ਦੀ 1964 ਦੇ ਵਿੱਚ ਜਿਹੜੀ ਲਾਂਚ ਹੋਈ ਸੀ, ਉਹਨੂੰ ਬਣਾਉਣ ਦੇ ਵਿੱਚ, ਉਹਨੂੰ ਲਿਖਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਆ। ਉਹਦੇ ਵਿੱਚ ਇਹਨਾਂ ਨੇ ਕਾਫੀ ਲੀਡਰਸ਼ਿਪ ਕੀਤੀ ਹੈ। ਹੁਣ ਇਹਨਾਂ ਦੇ ਆਪਾਂ ਮੇਜਰ ਕੰਮ ਦੇਖ ਲੈਂਦੇ ਹਾਂ, ਮੇਨ ਪੁਆਇੰਟਸ ਦੇਖ ਲੈਂਦੇ। 1904 ਦੇ ਵਿੱਚ ਜੈਪੁਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, ਅਤੇ ਉਹਦੇ ਬਾਅਦ DSc ਲਈ ਇਲਾਹਾਬਾਦ ਗਏ ਸੀਗੇ, ਅਤੇ ਉੱਥੇ ਉਹਨਾਂ ਨੂੰ ਡਾਕਟਰ W ਡਚਿਅਨ ਮਿਲੇ ਸੀ, ਇੱਕ ਅਮਰੀਕਨ ਮਿਸ਼ਨਰੀ ਟੀਚਰ ਜਿਨ੍ਹਾਂ ਦੇ ਇਹ ਸ਼ਬਦ ਪਹਿਲਾਂ ਤਾਂ ਉਹ ਡਾਕਟਰ W ਡਚਿਅਨ ਬਾਰੇ ਆਪਾਂ ਨੇ ਪੜ੍ਹਿਆ ਕਿ ਉਹ ਬੋਟਨੀ ਅਤੇ ਸਪੈਸ਼ਲੀ ਮਾਰਫੋਲੋਜੀ ਦੇ ਵਿੱਚ ਜਵਾਕਾਂ ਦੀ ਰੁਚੀ ਬਣਾਉਂਦੇ ਹੁੰਦੇ ਸੀਗੇ, ਹੈ ਨਾ। ਅਤੇ ਉਹਨਾਂ ਦੇ ਇਹ ਸ਼ਬਦ ਕਿ ਜੇ ਕੋਈ ਬੱਚਾ ਮੇਰੇ ਤੋਂ ਅੱਗੇ ਲੰਘਦਾ ਤਾਂ ਉਹ ਮੇਰੇ ਲਈ ਬਹੁਤ ਵਧੀਆ ਹੋਊਗਾ, ਉਹਨਾਂ ਦੇ ਇਹ ਸ਼ਬਦਾਂ ਨੇ ਇਹਨਾਂ ਨੂੰ ਪੰਚਨਾਮਾ ਈਸ਼ਵਰੀ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਅੱਗੇ ਵਧਣ ਦੇ ਲਈ। ਫਿਰ ਉਹਨਾਂ ਨੇ ਐਂਬਰੀਓਲੋਜੀਕਲ ਐਸਪੈਕਟ ਦੇ ਉੱਪਰ ਕੰਮ ਕੀਤਾ, ਅਤੇ ਐਂਬਰੀਓਲੋਜੀਕਲ ਕਰੈਕਟਰਸ ਦੇ ਯੂਜ਼ ਨੂੰ ਟੈਕਸੋਨੋਮੀ ਦੇ ਵਿੱਚ ਪੋਪੂਲਰਾਈਜ਼ ਕੀਤਾ। ਹੋਰ ਇੰਟਰਾ ਓਵੇਰੀਅਨ ਪੋਲੀਨੇਸ਼ਨ ਅਤੇ ਟੈਸਟ ਟਿਊਬ ਫਰਟੀਲਾਈਜੇਸ਼ਨ, ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕੀਤਾ। ਆਰਟੀਫਿਸ਼ੀਅਲ ਕਲਚਰ ਆਫ ਐਂਬਰੀਓਸ, ਇਹਦੇ ਉੱਪਰ ਵੀ ਕੰਮ ਕੀਤਾ ਇਹਨਾਂ ਨੇ। ਐਂਡ ਇਹਨਾਂ ਨੇ ਹੋਰ ਕੀ ਕੀਤਾ, ਟਿਸ਼ੂ ਕਲਚਰ ਦੇ ਉੱਪਰ ਐਂਡ ਐਂਬਰੀਓਲੋਜੀ ਦੇ ਉੱਪਰ ਬਹੁਤ ਜ਼ਿਆਦਾ ਰਿਸਰਚ ਕੀਤੀ, ਅਤੇ ਇਹਨਾਂ ਨੇ ਡਿਪਾਰਟਮੈਂਟ ਆਫ ਬੋਟਨੀ ਬਣਾਈ ਇੱਥੇ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ। ਅਤੇ ਇਹਦੇ ਵਿੱਚ ਕੀ ਹੋਇਆ ਸੀਗਾ, ਰਿਸਰਚ ਹੋਈ ਸੀ ਐਂਬਰੀਓਲੋਜੀ ਅਤੇ ਟਿਸ਼ੂ ਕਲਚਰ ਦੇ ਉੱਪਰ, ਅਤੇ ਇਹਨਾਂ ਨੂੰ ਫੈਲੋਸ਼ਿਪ ਮਿਲੀ ਕਾਫੀ ਜ਼ਿਆਦਾ ਇੰਸਟੀਟਿਊਸ਼ਨ ਦੀ। ਅਤੇ ਸਭ ਤੋਂ ਉੱਪਰ ਵਾਲੇ ਕਿੱਦਾਂ ਜਿਵੇਂ ਰਾਇਲ ਸੁਸਾਇਟੀ ਆਫ ਲੰਡਨ ਹੋ ਗਿਆ, ਹੈ ਨਾ, ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਇਹਨਾਂ ਦੀ ਫੈਲੋਸ਼ਿਪ ਮਿਲੀ। ਅਤੇ ਫਸਟ ਟੈਕਸਟ ਬੁੱਕ ਜਦੋਂ 1964 ਦੇ ਵਿੱਚ ਲਾਂਚ ਹੋਈ ਸੀ ਬਾਇਓ ਦੀ, ਅਤੇ ਉਹਨੂੰ ਲਿਖਣ ਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਸੀਗਾ, ਤੁਸੀਂ ਕਹਿ ਸਕਦੇ ਹੋ। ਨੈਕਸਟ ਇਜ਼ ਸੈਕਸ਼ੂਅਲ ਰੀਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ। ਓਕੇ, ਆਰ ਵੀ ਨੋਟ ਲੱਕੀ ਦੈਟ ਪਲਾਂਟਸ ਰੀਪਰੋਡਿਊਸ ਸੈਕਸ਼ੁਅਲੀ। ਕੀ ਆਪਾਂ ਲੱਕੀ ਨਹੀਂ ਹੈਗੇ ਕਿ ਪਲਾਂਟਸ ਸੈਕਸ਼ੁਅਲੀ ਰੀਪਰੋਡਿਊਸ ਕਰਦੇ ਆ? ਆਪਾਂ ਬਹੁਤ ਲੱਕੀ ਹੈ ਕਿ ਪਲਾਂਟਸ ਸੈਕਸ਼ੁਅਲੀ ਰੀਪਰੋਡਿਊਸ ਕਰਦੇ ਆ, ਕਿਉਂਕਿ ਪਲਾਂਟਸ ਦੀ ਸੈਕਸ਼ੁਅਲ ਰੀਪਰੋਡਕਸ਼ਨ ਦੇ ਨਾਲ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜੋ ਆਪਣੇ ਕੋਲ ਨਹੀਂ ਹੋਣੀਆਂ ਸੀ ਜੇ ਸੈਕਸ਼ੁਅਲੀ ਰੀਪਰੋਡਿਊਸ ਨਾ ਕਰਦੀ। ਆਪਾਂ ਐਗਜ਼ਾਮਪਲਸ ਹੀ ਦੇਖ ਲੈਂਦੇ ਹਾਂ ਇੱਥੇ। The myriads of flowers that we enjoy gazing at, the scents and perfumes that we swoon over, the rich colors that attract us are all there as a need to sexual reproduction। ਜੇ ਅਲੱਗ-ਅਲੱਗ ਆਪਾਂ ਬਹੁਤ ਵੱਡੇ ਬਾਗ ਫੁੱਲਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਰੰਗਾਂ ਦੇ ਸਮੈਲ ਵਾਲੇ ਫੁੱਲ, ਹੈ ਨਾ, ਫ੍ਰੈਗਰੈਂਸਿਸ ਵਾਲੇ ਫੁੱਲ, ਹੈ ਨਾ,
ਅਲੱਗ-ਅਲੱਗ ਫੁੱਲਾਂ ਦੇ ਉੱਪਰ ਆਪਾਂ ਨੂੰ ਸਟੇਅਰ ਕਰਨਾ ਕਹਿ ਸਕਦੇ ਹੋ, ਉਹਨਾਂ ਨੂੰ ਦੇਖਣਾ ਬਹੁਤ ਵਧੀਆ ਲੱਗਦਾ। ਫੁੱਲ ਹੁੰਦੇ ਕਿਉਂ ਆ? ਸੈਕਸ਼ੂਅਲ ਰੀਪ੍ਰੋਡਕਸ਼ਨ ਦੇ ਕਾਰਨ ਹੀ ਫੁੱਲ ਹੁੰਦੇ ਆ, ਹੈ ਨਾ? ਮਤਲਬ ਕਿ ਜੇ ਪਲਾਂਟ ਨੇ ਸੈਕਸ਼ੂਅਲੀ ਰੀਪ੍ਰੋਡਿਊਸ ਕਰਨਾ ਹੁੰਦਾ ਤਾਂ ਹੀ ਉਹ ਫੁੱਲ ਉੱਗਦਾ ਵਾ, ਹੈ ਨਾ? ਕਿਉਂਕਿ ਫਲਾਵਰ ਦੇ ਕੋਲ ਹੀ ਐਂਜੀਓਸਪਰਮਸ ਦੇ ਕੀ ਹੁੰਦੇ ਨੇ, ਸੈਕਸ਼ੂਅਲੀ ਤੁਸੀਂ ਕਹਿ ਸਕਦੇ ਰੀਪ੍ਰੋਡਕਟਿਵ ਆਰਗਨ ਪ੍ਰੈਜ਼ੈਂਟ ਹੁੰਦੇ ਨੇ। ਦ ਸੈਂਸ ਐਂਡ ਦ ਪਰਫਿਊਮ, ਜਿਹੜੇ ਸੈਂਸ ਤੇ ਪਰਫਿਊਮ ਫੁੱਲਾਂ ਤੋਂ ਬਣਦੇ ਆ, ਜਿਹਨਾਂ ਨੂੰ ਸੁੰਘ ਕੇ ਆਪਾਂ ਮਨ ਮੋਹਿਤ ਹੋ ਜਾਂਦੇ ਆ, ਹੈ ਨਾ? ਉਹ ਕਿਹਦੇ ਕਰਕੇ ਆ? ਉਹ ਸੈਕਸ਼ੂਅਲੀ ਰਿਪਰੋਡਿਊਸ ਕਰੇ ਤਾਂ ਹੀ ਫਲਾਵਰ ਹੋਈ ਤਾਂ ਹੀ ਬਣੇ ਪਰਫਿਊਮ ਤੇ ਸੈਂਟ ਬਣੇ, ਹੈ ਨਾ? ਅਤੇ ਰਿਚ ਕਲਰ, ਕਾਫੀ ਸਾਰੇ ਕਲਰ ਵੀ ਜਿਹੜੇ ਆਪਾਂ ਨੂੰ ਅਟਰੈਕਟ ਕਰਦੇ ਆ, ਕਿਤੋਂ ਬਣਦੇ ਆ? ਫੁੱਲਾਂ ਤੋਂ ਹੀ ਬਣਦੇ ਆ, ਹੈ ਨਾ? ਫਲਾਵਰਸ ਡੂ ਨਾਟ ਐਗਜ਼ਿਸਟ ਓਨਲੀ ਫॉर ਅਸ ਟੂ ਬੀ ਯੂਜ਼ਡ ਫॉर ਆਰ ਓਨ ਸੈਲਫ ਫਿਨਿਸ਼। ਠੀਕ ਹੈ, ਇਹ ਤਾਂ ਸਾਰੀਆਂ ਚੀਜ਼ਾਂ ਹੋ ਗਈਆਂ, ਮਤਲਬ ਜਿਨ੍ਹਾਂ ਦਾ ਆਪਾਂ ਨੂੰ ਫਾਇਦਾ ਹੁੰਦਾ ਹੈ ਨਾ, ਮਤਲਬ ਇਹ ਫਾਇਦੇ ਨੇ ਜਿਹੜੇ ਆਪਾਂ ਨੂੰ ਫੁੱਲਾਂ ਤੋਂ ਮਿਲਦੇ ਆ, ਪਰ ਸਿਰਫ ਆਪਣੇ ਫਾਇਦੇ ਕਰਕੇ ਹੀ ਫੁੱਲ ਨਹੀਂ ਐਗਜ਼ਿਸਟ ਕਰਦੇ। ਫਲਾਵਰਸ ਸਿਰਫ ਆਪਣੇ ਫਾਇਦੇ ਕਰਕੇ ਨਹੀਂ ਐਗਜ਼ਿਸਟ ਕਰਦੇ। ਆਲ ਫਲਾਵਰਿੰਗ ਪਲਾਂਟਸ ਸ਼ੋ ਸੈਕਸ਼ੂਅਲ ਰੀਪ੍ਰੋਡਕਸ਼ਨ, ਸਾਰੇ ਦੇ ਸਾਰੇ ਜਿਹੜੇ ਫਲਾਵਰਿੰਗ ਪਲਾਂਟਸ ਨੇ, ਮਤਲਬ ਸਾਰੇ ਫਲਾਵਰਿੰਗ ਪਲਾਂਟਸ ਕਿਹੜੇ ਨੇ? ਐਂਜੀਓਸਪਰਮਸ ਨੇ। ਸਿਰਫ ਐਂਜੀਓਸਪਰਮਸ ਹੀ ਉਹ ਪਲਾਂਟਸ ਨੇ ਜਿਨ੍ਹਾਂ ਦੇ ਉੱਪਰ ਫੁੱਲ ਦੇਖਣ ਨੂੰ ਮਿਲਦੇ ਆ, ਅਤੇ ਸਾਰੇ ਐਂਜੀਓਸਪਰਮਸ ਜਿਹੜੇ ਆ ਉਹ ਸੈਕਸ਼ੂਅਲ ਰੀਪ੍ਰੋਡਕਸ਼ਨ ਸ਼ੋ ਕਰਦੇ ਨੇ। Look at the diversity of structures of the inflorescences, flowers, and floral plants show an amazing range of adaptations to ensure formation of the end products of sexual reproduction। ठीक है, ਆਪਾਂ ਅਲੱਗ-ਅਲੱਗ ਇਨਫਲੋਰੈਸੈਂਸਿਸ ਦੇ ਉੱਪਰ ਨਿਗਾਹ ਮਾਰਦੇ ਹਾਂ। ਇਨਫਲੋਰੈਸੈਂਸਿਸ ਮਤਲਬ ਕਲਸਟਰ ਆਫ ਫਲਾਵਰਸ ਔਨ ਅ ਬ੍ਰਾਂਚ। ਠੀਕ ਹੈ, ਇੱਕ ਬ੍ਰਾਂਚ ਦੇ ਉੱਪਰ ਕਿੱਦਾਂ ਇੱਕ ਫਲਾਵਰਸ ਅਰੇਂਜਡ ਹੋਣਗੇ, ਹੈ ਨਾ? ਉਹਨੂੰ ਆਪਾਂ ਇਨਫਲੋਰੈਸੈਂਸ ਕਹਿ ਦਿੰਦੇ ਹਾਂ। ਠੀਕ ਹੈ, ਆਪਾਂ ਇਨਫਲੋਰੈਸੈਂਸਿਸ ਦੇ ਉੱਪਰ ਨਿਗਾਹ ਮਾਰਦੇ ਹਾਂ, ਫਲਾਵਰਸ ਦੇ ਉੱਪਰ, ਉਹਨਾਂ ਦੇ ਫਲੋਰਲ ਪਾਰਟਸ ਦੇ ਉੱਪਰ ਆਪਾਂ ਨਿਗਾਹ ਮਾਰਦੇ ਹਾਂ, ਅਤੇ ਇਹਦੇ ਨਾਲ ਇਹ ਸਭ ਦੀ ਚੀਜ਼ਾਂ ਦੇ ਉੱਪਰ ਨਿਗਾਹ ਮਾਰ ਕੇ ਆਪਾਂ ਇੱਕ ਚੀਜ਼ ਓਬਜ਼ਰਵ ਕਰਦੇ ਹਾਂ ਕਿ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਇਨਫਲੋਰੈਸੈਂਸਿਸ ਦੇਖਣ ਨੂੰ ਮਿਲਦੀਆਂ ਨੇ, ਅਲੱਗ-ਅਲੱਗ ਤਰ੍ਹਾਂ ਦੇ ਫਲਾਵਰਸ ਦੇਖਣ ਨੂੰ ਮਿਲਦੇ, ਅਲੱਗ-ਅਲੱਗ ਤਰ੍ਹਾਂ ਦੇ ਫਲੋਰਲ ਪਾਰਟਸ ਦੇਖਣ ਨੂੰ ਮਿਲਦੇ ਆ। ਇਹ ਸਾਰੇ ਇੱਕੋ ਤਰ੍ਹਾਂ ਦੇ ਵੀ ਤਾਂ ਹੋ ਸਕਦੇ ਸੀ, ਪਰ ਇਹ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਕਿਉਂ ਆ? ਕਿਉਂਕਿ ਅਡੈਪਟੇਸ਼ਨ ਦੇ ਲਈ, ਹੈ ਨਾ? ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਪਾਏ ਜਾਂਦੇ ਆ, ਕਿਉਂਕਿ ਉਹ ਉਸ ਜਗ੍ਹਾ ਦੇ ਉੱਪਰ ਰਹਿ ਸਕਦੇ ਆ, ਉਸ ਜਗ੍ਹਾ ਦੇ ਉੱਪਰ ਅਡੈਪਟ ਕਰ ਸਕਦੇ ਆ, ਉਸ ਜਗ੍ਹਾ ਦੇ ਨੈਚੁਰਲ ਅਤੇ ਆਰਟੀਫਿਸ਼ੀਅਲ ਕਲਾਈਮੇਟ ਦੇ ਵਿੱਚ ਉਹ ਰਹਿ ਸਕਦੇ ਆ, ਹੈ ਨਾ? ਅਤੇ ਇਸੇ ਕਰਕੇ ਉਹ ਪਰਟੀਕੂਲਰ ਜਗ੍ਹਾ ਦੇ ਉੱਪਰ ਪਾਏ ਜਾਂਦੇ ਆ, ਅਤੇ ਇਹ ਸਾਰੇ ਕੀ ਆ? ਇਨਸ਼ੋਰ ਕਰਦੇ ਨੇ ਕਿ ਐਂਡ ਪ੍ਰੋਡਕਟ ਫੋਰਮੇਸ਼ਨ, ਠੀਕ ਹੈ, ਹੋਵੇ ਸੈਕਸ਼ੂਅਲ ਰੀਪ੍ਰੋਡਕਸ਼ਨ ਦੀ। ਐਂਡ ਪ੍ਰੋਡਕਟ ਕਿਹੜੇ ਫਾਰਮ ਹੋਣੇ ਚਾਹੀਦੇ ਆ? ਦ ਫਰੂਟਸ ਐਂਡ ਦ ਸੀਡਸ। ਇਹ ਸਾਰੇ ਕਾਹਦੇ ਕਰਕੇ ਹੁੰਦੇ? ਸਿਰਫ ਫਰੂਟ ਅਤੇ ਸੀਡ ਨੂੰ ਫਾਰਮ ਕਰਨ ਦੇ ਲਈ ਇੰਨਾ ਕੁਛ ਹੁੰਦਾ ਵਾ ਇੱਥੇ। ਇਨ ਦਿਸ ਚੈਪਟਰ ਲੈਟ ਅਸ ਅੰਡਰਸਟੈਂਡ ਦ ਮੋਰਫੋਲੋਜੀ, ਸਟਰਕਚਰ ਐਂਡ ਦ ਪ੍ਰੋਸੈਸਿਸ ਆਫ ਸੈਕਸ਼ੂਅਲ ਰੀਪ੍ਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ। ਇਸ ਚੈਪਟਰ ਦੇ ਵਿੱਚ ਆਪਾਂ ਕੀ ਪੜ੍ਹਾਂਗੇ? ਮੋਰਫੋਲੋਜੀ ਪੜ੍ਹਾਂਗੇ, ਸਟਰਕਚਰ ਪੜ੍ਹਾਂਗੇ, ਅਤੇ ਸੈਕਸ਼ੂਅਲ ਰੀਪ੍ਰੋਡਕਸ਼ਨ ਦੇ ਪ੍ਰੋਸੈਸਿਸ ਪੜ੍ਹਾਂਗੇ ਫਲਾਵਰਿੰਗ ਪਲਾਂਟਸ ਦੇ ਵਿੱਚ। ਠੀਕ ਹੈ, ਫਲਾਵਰ ਅ ਫੈਸੀਨੇਟਿੰਗ ਆਰਗਨ ਆਫ ਐਂਜੀਓਸਪਰਮਸ। ਠੀਕ ਹੈ, ਫਲਾਵਰ ਇੱਕ ਕੀ ਆ? ਐਂਜੀਓਸਪਰਮਸ ਦਾ ਫੈਸੀਨੇਟਿੰਗ ਆਰਗਨ, ਮਤਲਬ ਇਹ ਆਰਗਨ ਜਿਹਨੂੰ ਦੇਖ ਕੇ ਆਪਾਂ ਬਸ ਮੋਹਿਤ ਹੀ ਹੋ ਜਾਂਦੇ ਹਾਂ। ਹਿਊਮਨ ਬੀਇੰਗਸ ਹੈਵ ਹੈਡ ਐਨ ਇੰਟੀਮੇਟ ਰਿਲੇਸ਼ਨਸ਼ਿਪ ਵਿਦ ਫਲਾਵਰਸ ਸਿੰਸ ਟਾਈਮ ਇਮੈਮੋਰੀਅਲ। ਹਿਊਮਨ ਬੀਇੰਗਸ ਦੀ ਅਤੇ ਫਲਾਵਰਸ ਦੀ ਇੱਕ ਵਧੀਆ ਗੂੜੀ ਦੋਸਤੀ ਆ, ਪਤਾ ਹੀ ਨਹੀਂ ਕਿੰਨੇ ਲੰਬੇ ਸਮੇਂ ਤੋਂ, ਆਪਾਂ ਯਾਦ ਵੀ ਨਹੀਂ ਕਰ ਸਕਦੇ ਕਿ ਪਤਾ ਨਹੀਂ ਕਿੰਨੇ ਸਮੇਂ ਤੋਂ ਆ, ਹੈ ਨਾ? ਗੂੜੀ ਵੀ ਇੱਦਾਂ ਵੀ ਕਹਿ ਸਕਦੇ ਹੋ ਕਿ ਉਹ ਉਹਨਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਦਾ, ਪਰ ਇੱਦਾਂ ਵੀ ਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟਸ ਵੀ ਮਿਲਦੀ ਹੈ ਨਾ? ਫਲਾਵਰਸ ਹੋਣਗੇ ਤਾਂ ਹੀ ਫਰੂਟਸ ਮਿਲਣਗੇ, ਫਰੂਟਸ ਤਾਂ ਇੱਕ ਖਾਜਾ ਹੈ ਨਾ, ਆਪਣਾ ਖਾਣਾ ਹੈਗਾ। ਫਲਾਵਰਸ ਆਰ ਆਬਜੈਕਟਸ ਆਫ ਐਸਥੈਟਿਕ, ਆਰਨਾਮੈਂਟਲ, ਸੋਸ਼ਲ, ਰਿਲੀਜੀਅਸ ਐਂਡ ਕਲਚਰਲ ਵੈਲਿਊ। ਠੀਕ ਹੈ, ਅਤੇ ਹੋਰ ਵੀ ਕਿਸ ਤਰ੍ਹਾਂ ਆਪਣੀ ਰਿਲੇਸ਼ਨਸ਼ਿਪ ਆ ਕੀ ਆ? ਕਿਉਂਕਿ ਉਹ ਐਸਥੈਟਿਕ ਵੈਲਿਊਜ਼ ਦੇ, ਆਰਨਾਮੈਂਟਲ ਵੈਲਿਊਜ਼ ਦੇ, ਸੋਸ਼ਲ ਰਿਲੀਜੀਅਸ ਅਲੱਗ-ਅਲੱਗ ਵੈਲਿਊਜ਼ ਨੂੰ ਜਿਹੜੇ ਫਲਾਵਰਸ ਡਿਨੋਟ ਕਰਦੇ ਆ, ਹੈ ਨਾ? ਐਸਥੈਟਿਕਸ ਦੇ ਲਈ, ਹੁਣ ਤੁਸੀਂ ਦੇਖੋ ਐਸਥੈਟਿਕਸ ਦੇ ਲਈ ਆਪਾਂ ਅਲੱਗ ਤਰ੍ਹਾਂ ਦੇ ਫੁੱਲ, ਅੱਜ ਕੱਲ੍ਹ ਤਾਂ ਐਸਥੈਟਿਕ ਵਰਡ ਹੀ ਬਹੁਤ ਪੋਪੂਲਰਾਈਜ਼ਡ ਹੋ ਚੁੱਕਿਆ ਨਾ, ਤੁਹਾਨੂੰ ਪਤਾ ਹੀ ਹੋਣਾ। ਠੀਕ ਹੈ, ਐਸਥੈਟਿਕਸ ਦੇ ਲਈ ਆਪਾਂ ਅਲੱਗ ਤਰ੍ਹਾਂ ਦੇ ਫੁੱਲ, ਹੈ ਨਾ? ਜਿੱਦਾਂ ਰੋਜ਼ ਇੱਕ ਐਸਥੈਟਿਕ ਫੋਟੋ ਕਲਿੱਕ ਕਰਨ ਦੇ ਲਈ ਵੀ ਯੂਜ਼ ਕੀਤਾ ਜਾਂਦਾ, ਹੈ ਨਾ? ਕਾਫੀ ਵਾਰੀ, ਅਤੇ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਆਰਨਾਮੈਂਟਲ, ਮਤਲਬ ਡੈਕੋਰੇਸ਼ਨ ਪਰਪਸਿਸ ਦੇ ਲਈ ਆਪਾਂ ਕਹਿ ਸਕਦੇ ਹਾਂ ਫਲਾਵਰਸ ਨੂੰ ਯੂਜ਼ ਕੀਤਾ ਜਾਂਦਾ। ਅਤੇ ਆਪਾਂ ਨੇ ਪੜ੍ਹਿਆ ਸੀ ਪਲਾਨਮ ਦੇ ਵਿੱਚ, ਔਰ ਐਜ਼ ਔਰਨਾਮੈਂਟਲਸ ਵੈਸੇ ਕਿੰਨਾਂ ਨੂੰ ਯੂਜ਼ ਕਰਿਆ ਜਾਂਦਾ? ਵੈਸੇ ਟੈਰੀਡੋਫਾਈਟਸ, ਪਰ ਟੈਰੀਡੋਫਾਈਟਸ ਕੀ ਆ? ਉਹ ਫਲਾਵਰਿੰਗ ਪਲਾਂਟਸ ਨੇਗੇ, ਬਟ ਉਹਨਾਂ ਨੂੰ ਐਜ਼ ਔਰਨਾਮੈਂਟਲਸ ਬਹੁਤ ਜ਼ਿਆਦਾ ਯੂਜ਼ ਕਰਿਆ ਜਾਂਦਾ, ਕਿਉਂਕਿ ਉਹਨਾਂ ਦੇ ਪੱਤੇ ਹੀ ਇੰਨੇ ਸੋਹਣੇ ਲੱਗਦੇ ਆ। ਠੀਕ ਹੈ, ਸੋਸ਼ਲ, ਮਤਲਬ ਆਪਣੀਆਂ ਫੀਲਿੰਗਸ ਨੂੰ ਦੂਜਿਆਂ ਦੀ
ਦੂਜਿਆਂ ਨੂੰ ਐਕਸਪ੍ਰੈਸ ਕਰਨ ਲਈ, ਹੈ ਨਾ, ਆਪਣੀ ਫੀਲਿੰਗਸ ਦੂਜੇ ਨੂੰ ਐਕਸਪ੍ਰੈਸ ਕਰਨ ਲਈ ਆਪਾਂ ਫਲਾਵਰਸ ਨੂੰ ਯੂਜ਼ ਕਰਦੇ ਹਾਂ। ਠੀਕ ਹੈ। ਰਿਲੀਜੀਅਸ, ਹੁਣ ਜਗ੍ਹਾ ਰਿਲੀਜੀਅਸ ਥਾਵਾਂ ਨੇ, ਮੰਦਰ, ਮਸਜਿਦ, ਗੁਰਦੁਆਰੇ, ਇੱਥੇ ਵੀ ਤਾਂ ਫੁੱਲ ਚੜ੍ਹਾਈ ਜਾਂਦੀ ਆ। ਠੀਕ ਹੈ। ਕਿੱਦਾਂ ਕਿੱਦਾਂ ਦੇ ਫੁੱਲ ਚੜ੍ਹਾਏ ਜਾਂਦੇ ਆ? ਮੋਸਟ ਆਫ ਦਾ ਟਾਈਮ ਤੁਸੀਂ ਨੇ ਮੈਰੀਗੋਲਡ ਦੇਖਿਆ ਹੋਣਾ, ਹੈ ਨਾ, ਰੋਜ਼ ਦੇਖਿਆ ਹੋਣਾ। ਅਤੇ ਕਲਚਰਲ ਵੈਲਿਊ, ਹੈ ਨਾ, ਕਲਚਰਲ ਫੰਕਸ਼ਨਸ ਦੇ ਉੱਪਰ ਵੀ ਫੁੱਲ ਚੜ੍ਹਦੇ ਬਹੁਤ ਪੋਪੂਲਰਾਈਜ਼ ਹੁੰਦੇ। ਇਹ ਸਾਰੇ ਕੀ ਆ? ਸਿੰਬਲਸ ਨੇ। ਠੀਕ ਹੈ। ਫੁੱਲ ਅਲੱਗ ਅਲੱਗ ਤਰ੍ਹਾਂ ਦੇ ਫੁੱਲਸ ਅਲੱਗ ਅਲੱਗ ਵੈਲਿਊਜ਼ ਨੂੰ ਡਿਨੋਟ ਕਰਦੇ, ਅਲੱਗ ਅਲੱਗ ਫੀਲਿੰਗਸ ਨੂੰ ਕਨਵੇ ਕਰਨ ਦੇ ਸਿੰਬਲਸ ਨੇ, ਫੀਲਿੰਗਸ ਨੂੰ ਐਕਸਪ੍ਰੈਸ ਕਰਨ ਦੇ ਸਿੰਬਲਸ ਨੇ, ਜਿੱਦਾਂ ਕਿ ਲਵ ਹੋ ਗਿਆ, ਅਫੈਕਸ਼ਨ ਹੋ ਗਿਆ, ਹੈਪੀਨੈਸ ਹੋ ਗਿਆ, ਗ੍ਰੀਫ, ਮੋਰਨਿੰਗ। ਮਤਲਬ ਅਲੱਗ ਅਲੱਗ ਫੀਲਿੰਗ ਲਈ, ਅਲੱਗ ਅਲੱਗ ਵੈਲਿਊ ਨੂੰ ਰਿਪ੍ਰੈਜ਼ੈਂਟ ਕਰਨ ਲਈ ਅਲੱਗ ਅਲੱਗ ਫੁੱਲ ਆਪਾਂ ਯੂਜ਼ ਕਰਦੇ ਹਾਂ। ਲਵ ਲਈ ਆਪਾਂ ਮੋਸਟ ਆਫ ਦਾ ਪਿੰਕ ਜਾਂ ਰੈੱਡ ਕਲਰ ਦੇ ਫੁੱਲ ਯੂਜ਼ ਕਰਦੇ ਹਾਂ। ਅਫੈਕਸ਼ਨ ਲਈ ਸਿਮਿਲਰ ਹੀ ਹੋ ਗਿਆ, ਹੈ ਨਾ। ਹੈਪੀਨੈਸ ਲਈ ਆਪਾਂ ਵਾਇਲਟ ਚਾਰਮਿੰਗ ਫਲਾਵਰਸ ਯੂਜ਼ ਕਰਦੇ ਹਾਂ। ਮੋਰਨਿੰਗ ਲਈ ਜਾਂ ਗ੍ਰੀਫ ਲਈ ਆਪਾਂ ਮੋਸਟ ਆਫ ਦਾ ਟਾਈਮਸ ਵਾਈਟ ਫਲਾਵਰਸ ਯੂਜ਼ ਕਰਦੇ ਹਾਂ, ਹੈ ਨਾ, ਜਾਂ ਲਾਈਟ ਕਲਰਸ ਦੇ ਫਲਾਵਰਸ ਯੂਜ਼ ਕਰਦੇ ਹਾਂ। List at least 5 flowers of ornamental value that are commonly cultivated at homes and in gardens। ਠੀਕ ਹੈ। 5 ਫਲਾਵਰਸ ਦੇ ਨਾਮ ਦੱਸੋ ਜਿਹੜੇ ਕਿ commonly ਘਰਾਂ ਦੇ ਵਿੱਚ ਅਤੇ ਗਾਰਡਨਸ ਦੇ ਵਿੱਚ ਕਲਟੀਵੇਟ ਕੀਤਾ ਜਾਂਦਾ। Find out the names of 5 more flowers that are used in social and cultural celebrations in your family। ਠੀਕ ਹੈ। ਉਹਦੇ ਬਾਅਦ 5 ਹੋਰ ਫਲਾਵਰਸ ਦੱਸੋ ਜਿਹੜੇ ਕਿ ਤੁਹਾਡੀ ਫੈਮਿਲੀ ਦੇ ਵਿੱਚ ਸੋਸ਼ਲ ਅਤੇ ਕਲਚਰਲ ਸੈਲੀਬ੍ਰੇਸ਼ਨ ਦੇ ਵਿੱਚ ਯੂਜ਼ ਕੀਤੇ ਜਾਂਦੇ ਹੋਣ। ਅਤੇ ਕੀ ਤੁਸੀਂ ਨੇ ਫਲੋਰੀਕਲਚਰ ਬਾਰੇ ਸੁਣਿਆ? 10 ਫਲਾਵਰਾਂ ਦੇ ਨਾਮ ਦੱਸਣੇ, ਕੁਛ ਵੀ ਲਿਖ ਦਿਓ। ਠੀਕ ਹੈ। ਚਮੇਲੀ, ਜੈਸਮੀਨ, ਸੀਮੀਆ, ਠੀਕ ਹੈ, ਰੋਜ਼, ਲੋਟਸ, ਜੋ ਵੀ ਲਿਖ ਦਿਓ। ਠੀਕ ਹੈ। ਚਾਈਨਾ ਰੋਜ਼, ਬਹੁਤ ਫਲਾਵਰ ਨੇ, ਕਿੰਨੇ ਮਰਜ਼ੀ ਦੇ ਨਾਮ ਲਿਖ ਦਿਓ। ਠੀਕ ਹੈ। ਕੀ ਤੁਸੀਂ ਨੇ ਕਦੇ ਫਲੋਰੀਕਲਚਰ ਨਾਮ ਸੁਣਿਆ? ਫਲੋਰੀਕਲਚਰ ਦਾ ਮਤਲਬ ਹੁੰਦਾ, ਫਲੋਰੀਕਲਚਰ ਮਤਲਬ ਕਲਟੀਵੇਸ਼ਨ ਆਫ ਫਲਾਵਰਸ ਨੂੰ ਫਲੋਰੀਕਲਚਰ ਕਿਹਾ ਜਾਂਦਾ, ਜਾਂ ਤੁਸੀਂ ਕਹਿ ਸਕਦੇ ਹੋ ਫੁੱਲਾਂ ਦੀ ਖੇਤੀ ਕਰਨਾ। ਠੀਕ ਹੈ। ਫੁੱਲਾਂ ਦੀ ਖੇਤੀ ਵੀ ਕੀਤੀ ਜਾਂਦੀ ਆ, ਕਿਸੇ ਨੂੰ ਪਤਾ ਹੋਵੇ। ਜਿਹੜੇ ਫੁੱਲ ਤੁਸੀਂ ਦੂਸਰੇ ਨੂੰ ਵੈਲੈਂਟਾਈਨ ਡੇ 'ਤੇ ਦਿੰਦੇ ਹੋ, ਉਹ ਦੁਕਾਨਾਂ ਤੋਂ ਖਰੀਦਦੇ, ਉਹਦੀ ਵੀ ਖੇਤੀ ਕੀਤੀ ਜਾਂਦੀ ਹੈ। ਠੀਕ ਹੈ। ਨੈਕਸਟ ਹੁਣ ਆਪਾਂ ਦੇਖਾਂਗੇ ਪਾਰਟਸ ਆਫ ਅ ਫਲਾਵਰ। ਠੀਕ ਹੈ। ਆਹ ਫਲਾਵਰ ਆ, ਠੀਕ ਆ, ਇੱਕ ਐਂਜੀਸਪਰਮ ਦੇ ਉੱਪਰ ਇੱਦਾਂ ਦਾ ਸਟਰਕਚਰ ਦੇਖਣ ਨੂੰ ਮਿਲ ਸਕਦਾ। ਪਰ ਕੀ ਹਰੇਕ ਐਂਜੀਸਪਰਮ ਦਾ ਫਲਾਵਰ ਇੱਦਾਂ ਦਾ ਹੋਊਗਾ? ਨੋ। ਆਪਾਂ ਨੇ ਦੇਖ ਲਿਆ ਅਲੱਗ ਅਲੱਗ ਤਰ੍ਹਾਂ ਦੇ ਫਲਾਵਰ ਹੁੰਦੇ ਆ। ਹੋ ਸਕਦਾ ਕਿ ਇਹਦਾ ਬਾਈਸੈਕਸ਼ੁਅਲ ਫਲਾਵਰ ਹੈ, ਇਹਦੇ ਵਿੱਚ ਦੋਨੋਂ ਮੇਲ ਅਤੇ ਫੀਮੇਲ ਪਾਰਟ ਪ੍ਰੈਜ਼ੈਂਟ ਨੇ, ਬਟ ਕਿਸੇ ਦੇ ਵਿੱਚ ਇਕੱਲਾ ਮੇਲ, ਕਿਸੇ ਦੇ ਵਿੱਚ ਇਕੱਲਾ ਫੀਮੇਲ ਹੋ ਸਕਦਾ ਗਾ। ਉਹਨਾਂ ਦੇ ਪੈਟਲ ਜਿਹੜੇ ਆ ਇੱਥੇ ਯੈਲੋ ਕਲਰ ਦੇ ਆ, ਉੱਥੇ ਅਲੱਗ ਕਲਰ ਦੇ ਹੋ ਸਕਦੇ ਆ। ਇੱਥੇ ਉਹਦੀ ਓਵਰੀ ਥੱਲੇ ਆ, ਦੂਜੇ ਦੇ ਉੱਪਰ ਵੀ ਹੋ ਸਕਦੀ ਹੈ, ਕਿੱਦਾਂ ਦਾ ਵੀ ਕੁਛ ਹੋ ਸਕਦਾ ਹੈ ਨਾ। ਉੱਪਰ ਮਤਲਬ ਸਟਿਗਮਾ ਦੇ ਉੱਪਰ ਨਹੀਂ, ਪੈਟਲ ਨੀਚੇ, ਓਵਰੀ ਉੱਪਰ, ਸਮਥਿੰਗ ਲਾਈਕ ਦੈਟ। ਠੀਕ ਹੈ। ਵੈਸੇ ਮੋਰਫੋਲੋਜੀ ਦੇ ਵਿੱਚ ਸਭ ਕੁਝ ਆਉਂਦਾ ਹੈਗਾ, ਉਹ ਆਪਾਂ ਪੜ੍ਹਿਆ ਨਹੀਂ ਗਾ ਅਜੇ। ਆਈ ਨੋ ਦੈਟ। ਉਹ ਸੌਰੀ, ਰੇਜ਼ਰ ਚੱਕਣੀ ਸੀ ਮੈਂ ਤਾਂ। ਸੋ ਫਲਾਵਰ ਜਿਹੜਾ ਆ ਨੀਚੇ ਅਟੈਚਡ ਹੁੰਦਾ ਗਾ, ਆ ਟਾਹਣੀ ਆ ਮੰਨ ਲਓ। ਠੀਕ ਹੈ। ਟਾਹਣੀ ਦੇ ਨਾਲ ਫਲਾਵਰ ਇੱਕ ਸਟੋਕ ਦੇ ਨਾਲ ਅਟੈਚਡ ਹੁੰਦਾ, ਇੱਕ ਸਟੋਕ ਦੇ ਨਾਲ ਫਲਾਵਰ ਟਾਹਣੀ ਦੇ ਨਾਲ ਅਟੈਚ ਹੁੰਦਾ। ਉਸ ਸਟੋਕ ਨੂੰ ਕਿਹਾ ਹੁੰਦਾ ਗਾ, ਉਸ ਸਟੋਕ ਨੂੰ ਕਿਹਾ ਹੁੰਦਾ ਗਾ ਪੈਡੀਸਲ। ਪੈਡੀਸਲ। ਅਤੇ ਫਿਰ ਸਟੋਕ ਉੱਪਰ ਕਿਹੜੇ ਸਟਰਕਚਰ ਨਾਲ ਅਟੈਚ ਹੁੰਦੀ ਆ, ਹੈ ਨਾ, ਜਿਹੜੇ ਸਟਰਕਚਰ ਨਾਲ ਸਟੋਕ ਅਟੈਚ ਹੁੰਦੀ ਆ ਇੱਥੇ, ਹੈ ਨਾ, ਜਿਹਦੇ ਉੱਪਰ ਸਾਰੇ ਫਲੋਰਲ ਪਾਰਟਸ ਪ੍ਰੈਜ਼ੈਂਟ ਹੁੰਦੇ ਆ, ਸਾਰਾ ਸਟਰਕਚਰ, ਇਹਨੂੰ ਕਿਹਾ ਜਾਂਦਾ ਗਾ ਥੈਲੇਮਸ। ਥੈਲੇਮਸ। ਜਾਂ ਤੁਸੀਂ ਕਹਿ ਸਕਦੇ ਹੋ ਰਿਸੈਪਟੀਕਲ। ਓਕੇ। ਐਂਡ ਆਹ ਗ੍ਰੀਨ ਕਲਰ ਦੇ ਜਿਹੜੇ ਸਟਰਕਚਰਸ ਪ੍ਰੈਜ਼ੈਂਟ ਹੁੰਦੇ ਆ ਫੁੱਲ ਦੇ ਕੋਲ, ਜਿਸ ਨੂੰ ਇਹਨੂੰ ਸੈਪਲ ਕਿਹਾ ਜਾਂਦਾ, ਜਾਂ ਹੋਰ ਕੀ ਕਿਹਾ ਜਾਂਦਾ, ਕੈਲਿਕਸ ਕਿਹਾ ਜਾਂਦਾ ਗਾ, ਕੈਲਿਕਸ। ਓਕੇ। ਅਤੇ ਜਿਹੜਾ ਕੈਲਿਕਸ ਆ ਇਹ ਯੂਜੂਅਲੀ ਗ੍ਰੀਨ ਕਲਰ ਦਾ ਹੀ ਹੁੰਦਾ ਗਾ। ਠੀਕ ਹੈ। ਯੂਜੂਅਲੀ ਕਿਹਾ ਗਾ। ਠੀਕ ਹੈ। ਅਤੇ ਆਹ ਕੀ ਆ ਜਿਹੜਾ ਇੱਕ ਕਲਰਫੁਲ ਸਟਰਕਚਰ ਆ? ਇੱਕ ਮਿੰਟ, ਸੌਰੀ।
ਦਿਸ ਵਨ, ਜਿਹੜਾ ਇਹ ਵਾਲਾ ਸਾਰਾ ਇਹ ਕਲਰਫੁਲ ਸਟਰਕਚਰ, ਦਿਸ ਇਜ਼ ਵਟ ਇਟ ਇਜ਼ ਕਾਲਡ ਪੈਟਲ। ਅਤੇ ਪੈਟਲ ਨੂੰ ਹੋਰ ਕੀ ਕਿਹਾ ਜਾਂਦਾ ਹੈਗਾ, ਕੋਰੋਲਾ ਕਿਹਾ ਜਾਂਦਾ ਹੈਗਾ, ਕੋਰੋਲਾ। ਓਕੇ, ਅਤੇ ਹੁਣ ਆਪਾਂ ਦੇਖਦੇ ਆਂਗੇ ਫੀਮੇਲ ਰੀਪਰੋਡਕਟਿਵ ਔਰਗਨ। ਸਭ ਤੋਂ ਉੱਪਰ ਵਾਲੇ ਪਾਰਟ ਤੋਂ ਸ਼ੁਰੂ ਕਰਦੇ। ਸਭ ਤੋਂ ਉੱਪਰ ਵਾਲਾ ਪਾਰਟ ਆ ਇੱਦਾਂ ਦਾ ਹੈ ਨਾ, ਕੁਝ ਵੀ ਆ, ਇਹਦੇ ਉੱਪਰ ਨਾ ਇੱਕ ਜੈਲੀ ਲਾਈਕ ਸਟਿੱਕੀ ਲਿਕੁਇਡ ਪ੍ਰੈਜ਼ੈਂਟ ਹੁੰਦਾ, ਮਟੀਰੀਅਲ ਪ੍ਰੈਜ਼ੈਂਟ ਹੁੰਦਾ। ਉਹ ਕਿਉਂ ਪ੍ਰੈਜ਼ੈਂਟ ਹੁੰਦਾ ਹੈਗਾ, ਕਿਉਂਕਿ ਜੇ ਪੋਲਨ ਇਹਦੇ ਉੱਪਰ ਲੈਂਡ ਹੋਵੇ ਤਾਂ ਮਾੜੀ ਜਿਹੀ ਹਵਾ ਚੱਲੀ ਤਾਂ ਉਹ ਕਿੱਧਰ ਹੋਰ ਉੱਡ ਕੇ ਨਾ ਚੱਲ ਜਾਏ, ਜੋ ਸਟਿੱਕੀ ਨਹੀਂ ਹੋਊਗਾ ਆਪਦੇ ਆਪਦੇ ਨਾਲ ਪੋਲਨ ਨੂੰ ਅਟੈਚ ਕਰਕੇ ਨਹੀਂ ਰੱਖ ਪਾਊਗਾ, ਤਾਂ ਕਿਧਰੇ ਤੌਰ ਤੋਂ ਉੱਡ ਸਕਦਾ ਨਾ ਇੱਕ ਵਾਰੀ ਲੈਂਡ ਹੋਣ ਤੋਂ ਬਾਅਦ ਵੀ। ਅਤੇ ਜੇ ਕੋਈ ਸਟਿਗਮਾ ਦੇ ਉੱਪਰ ਇਨਸੈਕਟ ਬੈਠੇ ਅਤੇ ਜੇ ਉਹਦੀ ਬੋਡੀ ਦੇ ਉੱਪਰ ਪੋਲਨ ਪ੍ਰੈਜ਼ੈਂਟ ਹੋਵੇ ਤਾਂ ਉਹ ਇਹਦੇ ਨਾਲ ਅਟੈਚ ਹੋ ਜੇ। ਇਹਨਾਂ ਕਾਰਨਾਂ ਕਰਕੇ ਜਿਹੜਾ ਸਟਿਗਮਾ ਉਹ ਸਟਿੱਕੀ ਹੁੰਦਾ ਗਾ। ਫਿਰ ਉਹਦੇ ਬਾਅਦ ਲੰਬੀ ਸਾਰੀ ਟਿਊਬ ਆਉਂਦੀ ਆ ਜਿਹਨੂੰ ਕਿ ਸਟਾਈਲ ਕਹਿੰਦੇ ਆ। ਇੱਥੇ ਪੋਲਨ ਆ ਜਰਮੀਨੇਟ ਕਰਦਾ ਟਿਊਬ ਜਿਹੜੀ, ਫਿਰ ਪੋਲਨ ਦੀ ਜਰਮੀਨੇਟ ਇੱਥੇ ਪੋਲਨ ਆਊਗਾ, ਪੋਲਨ ਆ ਕੇ ਜਰਮੀਨੇਟ ਕਰੂਗਾ ਅਤੇ ਉਹਦੇ 'ਚ ਨਿਕਲੂਗੀ ਪੋਲਨ ਟਿਊਬ। ਠੀਕ ਹੈ, ਪੋਲਨ ਟਿਊਬ ਇਹ ਸਾਰਾ ਰਸਤਾ ਤੈਅ ਕਰਕੇ ਓਵਰੀ 'ਚ ਐਂਟਰ ਕਰੂਗੀ, ਓਵਰੀ 'ਚ ਵੀ ਫਿਰ ਅੱਗੇ ਓਵਿਊਲ 'ਚ ਮਾਈਕਰੋਪਾਈਲ 'ਚ, ਠੀਕ ਹੈ, ਵਗੈਰਾ ਵਗੈਰਾ ਆਪਾਂ ਅੱਗੇ ਪੜ੍ਹਨਾ ਵਾ। ਅਤੇ ਨੀਚੇ ਜਿਹੜਾ ਬਲਜ ਜਿਹੜਾ ਸਟਰਕਚਰ ਹੁੰਦਾ ਬਲਬ ਲਾਈਕ, ਉਹਨੂੰ ਕਿਹਾ ਜਾਂਦਾ ਹੈਗਾ ਓਵਰੀ। ਠੀਕ ਹੈ, ਅਤੇ ਇਹ ਸਾਰੇ ਨੂੰ ਮਤਲਬ ਜਿਹੜਾ ਫੀਮੇਲ ਰੀਪਰੋਡਕਟਿਵ ਔਰਗਨ ਆ, ਸਟਾਈਲ, ਸਟਿਗਮਾ ਅਤੇ ਓਵਰੀ ਨੂੰ ਮਿਲਾ ਕੇ ਇਹਨੂੰ ਕਿਹਾ ਜਾਂਦਾ ਹੈਗਾ ਪਿਸਟਲ। ਪਿਸਟਲ ਜਾਂ ਕਾਰਪਲ। ਇੱਕ ਪਿਸਟਲ ਜਾਂ ਇੱਕ ਕਾਰਪਲ ਦੇ ਵਿੱਚ ਇੱਕ ਸਟਿਗਮਾ, ਇੱਕ ਸਟਾਈਲ ਅਤੇ ਇੱਕ ਓਵਰੀ ਹੀ ਹੁੰਦੇ ਆ। ਅਤੇ ਹੁਣ ਇੱਕ ਸ਼ਬਦ ਹੁੰਦਾ ਹੈਗਾ ਗਾਇਨੋਸ਼ੀਅਮ। ਗਾਇਨੋਸ਼ੀਅਮ, ਇੱਕ ਗਾਇਨੋਸ਼ੀਅਮ ਜਿਹੜਾ ਹੈ ਉਹਦੇ ਵਿੱਚ ਸੈਵਰਲ ਪਿਸਟਲਸ ਜਾਂ ਫਿਰ ਸੈਵਰਲ ਕਾਰਪਲਸ ਪ੍ਰੈਜ਼ੈਂਟ ਹੋ ਸਕਦੇ ਨੇ। ਹੁਣ ਇਹਦਾ ਮਤਲਬ ਕੀ ਹੋਇਆ, ਦੈਟ ਮੀਨਸ ਕਿ ਜਿਹੜਾ ਗਾਇਨੋਸ਼ੀਅਮ ਆ, ਗਾਇਨੋਸ਼ੀਅਮ ਦਾ ਮਤਲਬ ਜਿਹੜਾ ਟੋਟਲ ਫੀਮੇਲ ਰੀਪਰੋਡਕਟਿਵ ਔਰਗਨ ਪੂਰੇ ਪਲਾਂਟ ਦੇ ਵਿੱਚ ਪ੍ਰੈਜ਼ੈਂਟ ਹੋਊਗਾ ਉਹਨੂੰ ਗਾਇਨੋਸ਼ੀਅਮ ਕਹਿੰਦੇ ਆ। ਜਿੰਨੇ ਮਰਜ਼ੀ ਪਿਸਟਲਸ ਪ੍ਰੈਜ਼ੈਂਟ ਹੋਣ, ਜਿੰਨੇ ਮਰਜ਼ੀ ਤੁਸੀਂ ਕਹਿ ਸਕਦੇ ਕਾਰਪਲਸ ਪ੍ਰੈਜ਼ੈਂਟ ਹੋਣ, ਟੋਟਲ ਰੀਪਰੋਡਕਟਿਵ ਔਰਗਨ ਨੂੰ ਗਾਇਨੋਸ਼ੀਅਮ ਕਿਹਾ ਜਾਂਦਾ। ਪਰ ਇੱਕ ਓਵਰੀ, ਸਟਾਈਲ ਅਤੇ ਸਟਿਗਮਾ ਇਹਨਾਂ ਨੂੰ ਮਿਲਾ ਕੇ ਜਿਹੜਾ ਇੱਕ ਸਟਰਕਚਰ ਬਣਦਾ ਉਹਨੂੰ ਪਿਸਟਲ ਜਾਂ ਕਾਰਪਲ ਕਿਹਾ ਜਾਂਦਾ। ਠੀਕ ਹੈ, ਪਿਸਟਲ ਅਤੇ ਕਾਰਪਲ ਇੰਟਰਚੇਂਜੇਬਲ ਵਰਡ ਨੇ, ਬਟ ਗਾਇਨੋਸ਼ੀਅਮ ਅਤੇ ਪਿਸਟਲ ਇੰਟਰਚੇਂਜੇਬਲ ਨਹੀਂ ਹੈਗੇ। ਠੀਕ ਹੈ, ਉਹ ਤੋਂ ਬਾਅਦ ਹੁਣ ਆਪਾਂ ਗੱਲ ਕਰ ਦਿਆਂਗੇ ਮੇਲ ਰੀਪਰੋਡਕਟਿਵ ਔਰਗਨ ਦੀ। ਆਹ ਜਿਹੜਾ ਮੇਲ ਰੀਪਰੋਡਕਟਿਵ ਔਰਗਨ ਆ, ਦਿਸ ਵਨ ਕੀ ਆ, ਇੱਕ ਤਾਂ ਉਹ ਸੌਰੀ ਮੈਂ ਰੇਜ਼ਰ ਦੇ ਕਨੈਕਟ ਕਰਕੇ ਸੌਰੀ ਆਹ ਪੂਰਾ ਜਿਹੜਾ ਸਟਰਕਚਰ ਆ, ਦਿਸ ਵਨ, ਇਹ ਮੇਲ ਰੀਪਰੋਡਕਟਿਵ ਔਰਗਨ ਆ। ਅਤੇ ਇਹਨੂੰ ਕਿਹਾ ਜਾਂਦਾ ਗਾ, ਇਹਨੂੰ ਕੀ ਕਿਹਾ ਜਾਂਦਾ, ਇਟ ਇਜ਼ ਕਾਲਡ ਐਜ਼ ਸਟੀਮਨ। ਓਕੇ, ਅਤੇ ਇੱਕ ਮਤਲਬ ਇਹਦਾ ਮਤਲਬ ਕਿ ਇੱਕ ਸਟੇਮਨ ਦੇ ਕੋਲ ਇੱਕ ਫਿਲਾਮੈਂਟ ਐਂਡ ਇੱਕ ਐਂਥਰ ਹੁੰਦਾ ਗਾ। ਆਹ ਜਿਹੜੀ ਲੰਬੀ ਜਿਹੀ ਸਟਾਕ ਹੁੰਦੀ ਆ ਉਹਨੂੰ ਫਿਲਾਮੈਂਟ ਕਿਹਾ ਜਾਂਦਾ, ਅਤੇ ਉਹਦੇ ਉੱਪਰ ਜਿਹੜਾ ਸਟਰਕਚਰ ਪ੍ਰੈਜ਼ੈਂਟ ਹੁੰਦਾ ਗਾ ਇਹਨੂੰ ਕਿਹਾ ਜਾਂਦਾ ਗਾ ਐਂਥਰ। ਠੀਕ ਆ, ਜਿਹੜਾ ਕਿ ਇੱਥੇ ਲੇਬਲ ਕੀਤਾ ਹੋਏਗਾ ਹੇਅਰ। ਠੀਕ ਹੈ, ਐਂਡ ਇਹਦਾ ਮਤਲਬ ਕਿ ਇਹ ਤਾਂ ਇੱਕ ਸਟੇਮਨ ਹੋ ਗਿਆ, ਬਟ ਪੂਰੇ ਸਾਰੇ ਨੂੰ ਮਿਲਾ ਕੇ ਕੀ ਹੋ ਜਾਊਗਾ, ਇੱਕ ਐਂਡਰੋਸ਼ੀਅਮ ਹੋ ਜਾਊਗਾ। ਓਕੇ, ਹੁਣ ਜਿਹੜਾ ਹੈ ਫਿਲਾਮੈਂਟ ਆ ਹੈ ਨਾ, ਇਹ ਇੱਥੇ ਦੇਖੋ ਤੁਸੀਂ, ਜਿਹੜਾ ਫਿਲਾਮੈਂਟ ਆ ਉਹ ਕਾਹਦੇ ਨਾਲ ਅਟੈਚਡ ਆ, ਇਸ ਡਾਇਗਰਾਮ ਦੇ ਵਿੱਚ ਜਿਹੜਾ ਫਿਲਾਮੈਂਟ ਆ ਉਹ ਥੈਲੇਮਸ ਦੇ ਨਾਲ ਅਟੈਚਡ ਆ। ਅਤੇ ਮੋਸਟ ਆਫ ਦਾ ਫਲਾਵਰਸ ਦੇ ਵਿੱਚ ਜਿਹੜਾ ਫਿਲਾਮੈਂਟ ਹੁੰਦਾ ਉਹ ਥੈਲੇਮਸ ਦੇ ਨਾਲ ਹੀ ਅਟੈਚਡ ਹੁੰਦਾ। ਯੂ ਸੀ ਕਿ ਇਹ ਜਿਹੜੀ ਚੀਜ਼ ਆ ਹੈ ਨਾ, ਜਿੱਦਾਂ ਨਾਲ ਸਾਰੇ ਫਿਲਾਮੈਂਟਸ ਅਟੈਚਡ ਨੇ ਹੈ ਨਾ, ਇਹ ਥੈਲੇਮਸ ਹੀ ਆ। ਠੀਕ ਹੈ, ਇਟ ਇਜ਼ ਨੋਟ ਓਵਰੀ, ਓਵਰੀ ਤਾਂ ਆ ਰਹੇਗੀ। ਠੀਕ ਹੈ, ਓਵਰੀ ਵੀ ਥੈਲੇਮਸ ਨਾਲ ਅਟੈਚਡ ਆ, ਸੈਪਲ ਵੀ ਥੈਲੇਮਸ ਨਾਲ ਅਟੈਚਡ ਆ, ਪੈਟਲ ਵੀ ਥੈਲੇਮਸ ਨਾਲ ਅਟੈਚਡ ਆ, ਅਤੇ ਸਾਰੇ ਫਿਲਾਮੈਂਟਸ ਜਿਹੜੇ ਉਹ ਥੈਲੇਮਸ ਨਾਲ ਹੀ ਅਟੈਚਡ ਨੇ। ਆ ਸਾਰਾ ਦਾ ਸਾਰਾ ਸਟਰਕਚਰ ਥੈਲੇਮਸ ਆ। ਕੋਈ ਨੂੰ ਓਵਰੀ ਨਾ ਸਮਝ ਕੇ ਬੈਠੇ, ਓਵਰੀ ਬਸ ਇੰਨੀ ਕੀ ਹੋ। ਠੀਕ ਹੈ, ਅਤੇ ਮੋਸਟ ਆਫ ਦਾ ਫਲਾਵਰਸ ਦੇ ਵਿੱਚ ਥੈਲੇਮਸ ਨਾਲ ਹੀ ਅਟੈਚ ਹੁੰਦਾ, ਬਟ ਕਈ ਫਲਾਵਰਸ ਦੇ ਵਿੱਚ ਜਿਹੜਾ ਫਿਲਾਮੈਂਟ ਹੁੰਦਾ ਗਾ ਸਟੇਮਨ ਦਾ, ਉਹ ਕੀ ਹੈ ਨਾ ਪੈਟਲ ਦੇ ਨਾਲ ਵੀ ਅਟੈਚਡ ਹੋ ਸਕਦਾ। ਅਤੇ ਇਸ ਕੰਡੀਸ਼ਨ ਨੂੰ ਆਪਾਂ ਕਹਿੰਦੇ ਹੈਗੇ ਐਪੀਪੈਟਲਸ। ਠੀਕ ਹੈ, ਅਤੇ ਐਪੀਪੈਟਲਸ ਫਲਾਵਰਸ ਆਪਾਂ ਨੂੰ ਕਿਸ ਦੇ ਵਿੱਚ ਦੇਖਣ ਨੂੰ ਮਿਲਦੇ ਆ, ਇਹਦਾ ਬਹੁਤ ਜ਼ਿਆਦਾ ਕਾਮਨ ਐਗਜ਼ਾਮਪਲ ਹੈਗਾ ਗਾ ਬ੍ਰਿੰਜਲ। ਠੀਕ ਹੈ, ਬ੍ਰਿੰਜਲ ਦੇ ਵਿੱਚ ਆਪਾਂ ਨੂੰ ਐਪੀਪੈਟਲਸ ਕੰਡੀਸ਼ਨ ਦੇਖਣ ਨੂੰ ਮਿਲਦੀ ਹੈਗੀ।
ਅਤੇ ਜਿਹੜਾ ਇਹ ਹੁੰਦਾ ਫਿਲਾਮੈਂਟ ਇਹ ਕੀ ਆ ਟੈਪਲ ਦੇ ਨਾਲ ਵੀ ਅਟੈਚਡ ਹੋ। ਹੁਣ ਤੁਸੀਂ ਕਹੋਗੇ ਕਿ ਤੁਸੀਂ ਨੇ ਤਾਂ ਵੀ ਭਾਈ ਸਾਰੇ ਮੈਨੂੰ ਸਾਰੇ ਫਲੋਰਲ ਪਾਰਟਸ ਦੱਸਦੇ ਹੈ ਨਾ, ਪਰ ਟੈਪਲ ਨਾਮ ਤੋਂ ਤਾਂ ਮੈਂ ਹਜੇ ਤੱਕ ਕੋਈ ਪੜ੍ਹਿਆ ਹੀ ਨਹੀਂ। ਕਈ ਫਲਾਵਰਸ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਿਹੜਾ ਸੈਪਲ ਅਤੇ ਪੈਟਲ ਨੇ ਨਾ ਉਹ ਫਿਊਜ਼ਡ ਹੋ ਸਕਦੇ ਆ। ਠੀਕ ਹੈ, ਸੈਪਲ ਅਤੇ ਪੈਟਲ ਦੋਨੋਂ ਫਿਊਜ਼ ਹੋ ਕੇ ਇੱਕ ਸਟਰਕਚਰ ਬਣਾ ਸਕਦੇ ਆ ਜਿਹਨੂੰ ਕਿ ਟੈਪਲ ਕਿਹਾ ਜਾਂਦਾ। ਟੈਪਲ ਵੀ ਕਹਿ ਸਕਦੇ ਆ ਜਾਂ ਫਿਰ ਪੈਰੀਐਂਥ ਵੀ ਕਹਿ ਸਕਦੇ ਆ। ਅਤੇ ਉਹ ਮੋਸਟ ਆਫ ਦਾ ਜੇ ਉਹ ਜਿਹੇ ਫਲਾਵਰਸ ਤੁਹਾਨੂੰ ਕੋਈ ਦਿਖੇ ਜਿਹਦੇ ਨਾਲ ਸੈਪਲ ਅਤੇ ਪੈਟਲ ਨਾਲ ਸੈਪਲ ਅਤੇ ਪੈਟਲ ਫਿਊਜ਼ਡ ਨੇ ਅਤੇ ਉਹ ਇੱਕ ਸਟਰਕਚਰ ਬਣਾ ਰਹੇ ਆ, ਟੈਪਲ ਬਣਾ ਰਹੀ ਆ ਹੈ ਨਾ, ਉਹਦਾ ਦੇ ਮੋਸਟ ਆਫ ਦੇ ਫਲਾਵਰਸ ਦੇ ਵਿੱਚ ਜਿਹੜਾ ਫਿਲਾਮੈਂਟ ਆ ਉਹ ਟੈਪਲ ਨਾਲ ਅਟੈਚ ਹੁੰਦਾ, ਨਾ ਕਿ ਉਹਦੇ ਨਾਲ ਥੈਲੇਮਸ ਦੇ ਨਾਲ। ਠੀਕ ਹੈ, ਆ ਅਤੇ ਆ ਹੈ ਨਾ ਫਿਊਜ਼ ਹੋ ਕੇ ਇੱਕ ਸਟਰਕਚਰ ਬਣਾ ਲੈਣਗੇ ਟੈਪਲ, ਅਤੇ ਉਹ ਫਿਲਾਮੈਂਟ ਟੈਪਲ ਨਾਲ ਅਟੈਚ ਹੋਗਾ। ਅਤੇ ਇਹਦਾ ਮੋਸਟ ਕਾਮਨ ਐਗਜ਼ਾਮਪਲ ਹੈਗਾ ਗਾ ਲਿਲੀ। ਠੀਕ ਹੈ, ਅਤੇ ਇਸ ਫਲਾਵਰ ਨੂੰ ਕਿਹਾ ਜਾਂਦਾ ਹੈਗਾ, ਇਸ ਕੰਡੀਸ਼ਨ ਨੂੰ ਕਿਹਾ ਜਾਂਦਾ ਹੈਗਾ ਐਪੀਫਾਈਲਸ। ਐਪੀਫਾਈਲਸ ਓਕੇ।